ਪਾਤਸ਼ਾਹ ਪਾਵਨ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਬਚਨ ਕਰਦੇ ਨੇ, ਰਹਿਣ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ। ਅਸਲ ਵਿੱਚ ਪਰਮਾਤਮਾ ਨੂੰ ਪਿਆਰ ਕਰਨ ਵਾਲੇ ਦੀ ਅੰਦਰ ਦੀ ਅਵਸਥਾ ਦਾ ਜ਼ਿਕਰ ਕੀਤਾ ਹੈ। ਸਤਿਗੁਰੂ ਜੀ ਕਹਿੰਦੇ ਨੇ, ਹੇ ਪਰਿਪੂਰਨ ਪਰਮਾਤਮਾ, ਜਿਹੜੇ ਤੈਨੂੰ ਪਿਆਰ ਕਰਦੇ ਨੇ ਨਾ, ਅਸਲ ਵਿੱਚ ਉਹਨਾਂ ਦੇ ਜੀਵਨ ਦਾ ਲਕਸ਼ ਹੈ, ਉਹਨਾਂ ਦੇ ਜੀਵਨ ਦਾ ਇਹ ਉਦੇਸ਼ ਹੈ, ਉਹਨਾਂ ਦੇ ਜੀਵਨ ਦੀ ਇਹ ਮਰਿਆਦਾ ਹੈ, ਨਿਯਮ ਹੈ, ਅਸੂਲ ਕਹਿ ਲਓ। ਉਹ ਰਾਤ ਦਿਨਸ ਪ੍ਰਭਾਤ ਕਹਿੰਦੇ, ਅੰਮ੍ਰਿਤ ਵੇਲਾ ਕਹਿਣ ਤੋਂ ਭਾਵ ਹਰ ਵੇਲੇ ਉਹਨਾਂ ਦੇ ਮਨ ਵਿੱਚ ਇੱਕੋ ਹੀ ਚਾਅ, ਇੱਕੋ ਹੀ ਉਤਸ਼ਾਹ, ਇੱਕੋ ਹੀ ਇੱਛਾ ਹੈ ਕਿ ਹੇ ਪਰਿਪੂਰਨ ਪਰਮਾਤਮਾ ਤੇਰੇ ਗੁਣ ਗਾਉਂਦੇ ਰਹੀਏ। ਸਤਿਗੁਰੂ ਜੀ ਕਹਿੰਦੇ, ਜਿਹੜੇ ਪਰਮਾਤਮਾ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਅੰਦਰ ਦੀ ਅਵਸਥਾ ਇਹ ਹੈ ਕਿ ਰਹਿਣ ਦਿਨਸ ਪ੍ਰਭਾਤ, ਰਾਤ ਦਿਨੇ ਅੰਮ੍ਰਿਤ ਵੇਲੇ ਤੂੰ ਹੈ ਹੀ ਗਾਵਣਾ, ਤੈਨੂੰ ਹੀ ਗਾਉਣਾ ਹੈ, ਤੇਰੀ ਸਿਫਤ ਸਲਾਹ, ਤੇਰੀ ਹੀ ਵਡਿਆਈ ਕਰਨੀ ਹੈ। ਤੇਰੇ ਜਸ ਤੋਂ, ਤੇਰੀ ਵਡਿਆਈ ਤੋਂ ਬਿਨਾਂ ਉਹਨਾਂ ਦੇ ਜੀਵਨ ਦਾ ਕੋਈ ਦੂਸਰਾ ਕਰਮ ਨਹੀਂ। ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੂੰ ਮਾਤਾ ਤ੍ਰਿਪਤਾ ਜੀ ਪੁੱਛਦੇ ਨੇ, ਹੇ ਨਾਨਕ, ਤੂੰ ਹਰ ਵੇਲੇ ਉਸ ਪਰਮਾਤਮਾ ਦਾ ਨਾਮ ਹੀ ਜਪਦਾ ਰਹਿੰਦਾ ਆ, ਤੇਰੇ ਮੁਖ 'ਚੋਂ ਹਰ ਵੇਲੇ ਉਹਦੇ ਨਾਮ ਦੀ ਆਵਾਜ਼ ਆਉਂਦੀ ਹੈ, ਤੂੰ ਕਦੇ ਸਾਡੇ ਨਾਲ ਬਹੁਤਾ ਸਮਾਂ ਗੱਲਾਂ ਬਾਤਾਂ ਨਹੀਂ ਕਰਦਾ, ਕਦੇ ਤੂੰ ਸਾਡੇ ਨਾਲ ਬਹਿ ਕੇ ਸੰਸਾਰੀ ਦੁਨਿਆਵੀ ਗੱਲਾਂ ਵਿੱਚ ਨਹੀਂ ਲੱਗਦਾ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ, ਮਾਂ, ਅਸਲ ਵਿੱਚ ਮੇਰੀ ਜ਼ਿੰਦਗੀ ਦਾ ਆਸਰਾ ਉਹ ਅਕਾਲ ਪੁਰਖ ਵਾਹਿਗੁਰੂ ਹੈ। ਤੇ ਹੇ ਮਾਂ, ਜਿੰਨਾ ਚਿਰ ਮੈਂ ਉਸ ਪਰਮਾਤਮਾ ਦੇ ਗੁਣ ਗਾਉਂਦਾ, ਉਹਦੇ ਨਾਮ ਨੂੰ ਜਪਦਾ ਹਾਂ, ਮੈਨੂੰ ਇੰਜ ਲੱਗਦਾ ਕਿ ਮੇਰੇ ਸਰੀਰ ਦੇ ਵਿੱਚ ਜਾਨ ਹੈ, ਮੇਰੇ ਅੰਦਰ ਪ੍ਰਾਣ ਹੈ। ਉਨਾ ਚਿਰ ਮੈਨੂੰ ਆਪਣਾ ਜੀਵਨ ਜਿਹੜਾ ਉਹ ਜਿਉਂਦਾ ਜਾਪਦਾ ਹੈ, ਪਰ ਜਦੋਂ ਰੱਬ ਵਿਸਰ ਜਾਂਦਾ ਨਾ, ਮਾਂ, ਇੰਜ ਲੱਗਦਾ ਜਿਵੇਂ ਮੇਰੀ ਮੌਤ ਹੋ ਗਈ ਹੋਵੇ। ਤੇ ਪਾਵਨ ਗੁਰਬਾਣੀ ਦੇ ਵਿੱਚ ਬਚਨ ਆਖੇ, ਸਤਿਗੁਰੂ ਜੀ ਕਹਿਣ ਲੱਗੇ, ਹੇ ਮਾਂ, ਆਖਾਂ ਜੀਵਾਂ, ਜੇ ਮੈਂ ਉਸ ਪਰਮਾਤਮਾ ਨੂੰ ਜਪਦਾ ਹਾਂ ਤਾਂ ਹੀ ਜਿਉਂਦਾ ਹਾਂ, ਵਿਸਰੈ ਮਰ ਜਾਉ। ਜਦੋਂ ਮੈਨੂੰ ਰੱਬ ਭੁੱਲ ਜਾਂਦੇ, ਇੰਜ ਲੱਗਦਾ ਜਿਵੇਂ ਮੌਤ ਹੋ ਗਈ ਹੈ। ਇਸ ਕਰਕੇ ਮਾਂ, ਉਸ ਪਰਮਾਤਮਾ ਦੇ ਨਾਮ ਨੂੰ ਜਪੇ ਤੇ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ। ਸਤਿਗੁਰੂ ਜੀ ਕਹਿੰਦੇ, ਰਹਿਣ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ। ਹੈ ਪਰਮਾਤਮਾ, ਜਿਹੜੇ ਤੈਨੂੰ ਪਿਆਰ ਕਰਦੇ ਨੇ ਉਹਨਾਂ ਦੀ ਜ਼ਿੰਦਗੀ ਦਾ ਲਕਸ਼ ਹੀ ਇਹ ਬਣ ਜਾਂਦਾ ਹੈ ਕਿ ਰਾਤ ਦਿਨੇ ਅੰਮ੍ਰਿਤ ਵੇਲੇ ਭਾਵ ਹਰ ਵੇਲੇ ਤੇਰੀ ਹੀ ਸਿਫਤ ਸਲਾਹ ਕਰਨੀ ਹੈ, ਤੇਰੇ ਹੀ ਗੁਣ ਗਾਉਣੇ, ਤੇਰੇ ਹੀ ਨਾਮ ਦਾ ਜਾਪ ਜਪਣਾ ਹੈ। ਇਸੇ ਕਰਕੇ ਬੰਦਗੀ ਕਰਨ ਵਾਲਿਆਂ ਨੇ ਜਦੋਂ ਪਰਮੇਸ਼ਰ ਦਾ ਨਾਮ ਜਪ ਕੇ ਪਰਮਾਤਮਾ ਵਿੱਚ ਅਭੇਦਤਾ ਪ੍ਰਾਪਤ ਕਰ ਲਈ, ਤੇ ਉਹਨਾਂ ਨੇ ਸੰਸਾਰ ਨੂੰ ਵੀ ਆਵਾਜ਼ਾਂ ਮਾਰ ਕੇ ਇਹ ਉਪਦੇਸ਼ ਦੇਣ ਦਾ ਯਤਨ ਕੀਤਾ। ਕਹਿਣ ਲੱਗੇ, ਵੇਖੋ ਭਾਈ, ਇਸ ਸੰਸਾਰ 'ਤੇ ਆਏ ਹਾਂ ਤੇ ਇਸ ਸੰਸਾਰ 'ਤੇ ਆ ਕੇ ਨਾਮ ਜਪੋ। ਤੇ ਗੁਰੂ ਸਾਹਿਬ ਜੀ ਕਹਿਣ ਲੱਗੇ, ਨਾਮ ਜਪਣਾ ਸਵਾਸ ਸਵਾਸ, ਰਹਿਣ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ। ਸਤਿਗੁਰੂ ਜੀ ਕਹਿਣ ਲੱਗੇ ਕਿ ਹਰ ਜਪਦਿਆਂ ਖਿੰਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ। ਹੇ ਮੇਰੀਏ ਜਿੰਦੇ, ਵਾਹਿਗੁਰੂ ਜੀ ਦਾ ਨਾਮ ਜਪਣ ਲੱਗਿਆ ਇੱਕ ਖਿੰਨ ਵੀ ਢਿੱਲ ਨਾ ਕਰੀ। ਮਤ ਕੇ ਜਾਪੈ ਸਾਹੋ ਆਵੈ ਕਿ ਨਾ ਆਵੈ ਰਾਮ, ਕੀ ਪਤਾ ਅਗਲਾ ਸਵਾਸ ਆਉਣਾ ਕਿ ਨਹੀਂ ਆਉਣਾ। ਇਸ ਕਰਕੇ ਸਤਿਗੁਰੂ ਜੀ ਕਹਿਣ ਲੱਗੇ, ਵਾਹਿਗੁਰੂ ਜੀ ਦਾ ਨਾਮ ਜਪਣ ਲੱਗਿਆ ਕਦੇ ਢਿੱਲ ਨਾ ਕਰੀ। ਰਹਿਣ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ, ਹਰ ਵੇਲੇ ਉਹਦੀ ਬੰਦਗੀ, ਉਹਦਾ ਸਿਮਰਨ ਕਰੀ। ਸਤਿਗੁਰੂ ਜੀ ਕਹਿੰਦੇ, ਸਵਾਸ ਸਵਾਸ ਪਰਮੇਸ਼ਰ ਦੇ ਨਾਮ ਨੂੰ ਜਪਣਾ ਚਾਹੀਦਾ। ਅਗਲੇ ਬਚਨ ਵਿੱਚ ਗੁਰੂ ਸਾਹਿਬ ਜੀ ਬਚਨ ਕਰਦੇ ਨੇ, ਜੀ ਜੰਤ ਸਰਬੱਤ ਨਾਉ ਤੇਰਾ ਧਿਆਵਣਾ। ਸਤਿਗੁਰੂ ਜੀ ਕਹਿੰਦੇ, ਕੇਵਲ ਮਨੁੱਖ ਹੀ ਨਹੀਂ, ਉਹਨਾਂ ਦੀ ਅੰਦਰ ਦੀ ਅਵਸਥਾ ਇਹ ਬਣ ਜਾਂਦੀ ਹੈ, ਜਿਹੜੇ ਪਰਮਾਤਮਾ ਨੂੰ ਪਿਆਰ ਕਰਨ ਵਾਲੇ ਨੇ, ਬੰਦਗੀ ਕਰਨ ਵਾਲੇ ਨੇ, ਉਹਨਾਂ ਦੇ ਅੰਦਰ ਦੀ ਅਵਸਥਾ ਇਹ ਬਣਦੀ ਹੈ, ਉਹਨਾਂ ਨੂੰ ਇੰਜ ਲੱਗਦਾ ਕਿ ਜਿੰਨੇ ਸੰਸਾਰ 'ਤੇ ਜੀਵ ਜੰਤੂ ਬੋਲ ਰਹੇ ਨੇ,
ਉਹ ਕੇਵਲ ਉਸ ਪਰਿਪੂਰਨ ਪਰਮਾਤਮਾ ਦਾ ਨਾਮ ਜਪਦੇ ਪਏ ਨੇ। ਤੇ ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਨੂੰ ਇੰਜ ਲੱਗਦਾ ਜੀ ਜੰਤ ਸਰਬੱਤ ਨਾਉ ਤੇਰਾ ਧਿਆਵਣਾ, ਕਿ ਪਰਮਾਤਮਾ ਜਿੰਨੇ ਜੀਵ ਜੰਤੂ ਨੇ ਸਾਰੇ ਤੇਰਾ ਹੀ ਨਾਮ ਜਪਦੇ ਨੇ। ਬਾਣੀ ਵਿੱਚ ਬਚਨ ਹੈ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ। ਸਤਿਗੁਰੂ ਜੀ ਕਹਿੰਦੇ ਜੋ ਜੰਗਲ ਦੇ ਵਿੱਚ ਰਹਿਣ ਵਾਲੇ ਜੀਵ ਬੋਲਦੇ ਪਏ ਨੇ, ਜਿਹੜੇ ਪਾਣੀ ਵਿੱਚ ਰਹਿਣ ਵਾਲੇ ਜੀਵ ਬੋਲਦੇ ਪਏ ਨੇ, ਜਿਹੜੇ ਆਕਾਸ਼ ਵਿੱਚ ਉੱਡਣ ਵਾਲੇ ਜੀਵ ਬੋਲਦੇ ਪਏ ਨੇ, ਸਤਿਗੁਰੂ ਜੀ ਨੇ 3 ਬਚਨ ਆਖੇ ਜੋ ਬੋਲਤ ਹੈ ਮ੍ਰਿਗ, ਮ੍ਰਿਗ ਤੋਂ ਭਾਵ ਜਿਹੜੇ ਧਰਤੀ ਤੇ ਰਹਿਣ ਵਾਲੇ ਪਸ਼ੂ ਨੇ, ਮੀਨ ਤੋਂ ਭਾਵ ਹੈ ਪਾਣੀ ਵਿੱਚ ਰਹਿਣ ਵਾਲੇ ਜਿੰਨੇ ਜੀਵ ਨੇ, ਪੰਖੇਰੂ ਤੋਂ ਭਾਵ ਹੈ ਆਕਾਸ਼ ਵਿੱਚ ਉੱਡਣ ਵਾਲੇ ਜੀਵ। ਸਤਿਗੁਰੂ ਜੀ ਕਹਿੰਦੇ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਉਹ ਪਰਿਪੂਰਨ ਪਰਮਾਤਮਾ ਤੋਂ ਬਿਨਾਂ ਔਰ ਕੁਝ ਨਹੀਂ ਬੋਲਦੇ, ਅਸਲ ਵਿੱਚ ਉਹ ਵੀ ਪਰਮਾਤਮਾ ਦੇ ਨਾਮ ਨੂੰ ਜਪਦੇ ਪਏ ਨੇ। ਜੀ ਜੰਤ ਸਰਬੱਤ ਨਾਉ ਤੇਰਾ ਧਿਆਵਣਾ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਬਚਨ ਹੈ, ਸਤਿਗੁਰੂ ਜੀ ਕਹਿੰਦੇ ਇਹ ਤੇ ਜਿਉਂਦੇ ਜੀਵ ਨੇ ਨਾ, ਇਹ ਤੇ ਉਹ ਚੀਜ਼ਾਂ ਨੇ ਜਿਹੜੇ ਸੰਜੀਵ, ਜਿਨ੍ਹਾਂ ਦੇ ਅੰਦਰ ਜਿੰਦ ਜਾਨ ਹੈ। ਪਰ ਗੁਰੂ ਸਾਹਿਬ ਕਹਿੰਦੇ ਇੱਥੇ ਤੇ ਨਿਰਜੀਵ ਚੀਜ਼ਾਂ, ਜਿਵੇਂ ਗੁਰੂ ਸਾਹਿਬ ਜੀ ਕਹਿੰਦੇ ਹਰ ਹੱਟ ਭੀ ਤੂੰ ਕਰੇ, ਇੱਥੇ ਤੇ ਖੂਹ ਦਾ ਚੱਲਦਾ ਹੋਇਆ ਹਰਟ ਵੀ ਸਤਿਗੁਰੂ ਜੀ ਕਹਿੰਦੇ ਅਸਲ ਵਿੱਚ ਉਹਦੀ ਜਿਹੜੀ ਆਵਾਜ਼ ਆਉਂਦੀ ਹੈ, ਮੈਨੂੰ ਤੇ ਇੰਝ ਲੱਗਦਾ ਜਿਵੇਂ ਉਹ ਵੀ ਪਰਮਾਤਮਾ ਕਹਿ ਰਿਹਾ ਹੋਵੇ ਕੇਵਲ ਤੂੰ ਮੈਂ ਤੇਰੇ ਤੋਂ ਬਿਨਾਂ ਕੁਝ ਨਹੀਂ। ਸਤਿਗੁਰੂ ਜੀ ਕਹਿੰਦੇ ਇੱਥੇ ਤੇ ਇੰਝ ਲੱਗਦਾ ਬੰਦਗੀ ਕਰਨ ਵਾਲਿਆਂ ਦੀ ਅਵਸਥਾ ਦਾ ਇਹ ਜ਼ਿਕਰ ਹੈ, ਉਹਨਾਂ ਨੂੰ ਸਾਧ ਸੰਗਤ ਖੂਹ ਦੀਆਂ ਟਿੰਡਾਂ ਦੇ ਵਿੱਚੋਂ ਵੀ ਆਵਾਜ਼ ਇੰਝ ਲੱਗਦੀ ਹੈ ਜਿਵੇਂ ਉਹ ਤੂੰ ਕਹਿ ਰਹੇ ਹੋਣ। ਪਿਛਲੇ ਦਿਨੀ ਇੱਕ ਗੁਰਮੁਖ ਦੇ ਘਰ ਬੈਠੇ ਟੋਕਾ ਚੱਲਣ ਲੱਗ ਗਿਆ, ਬੈਠੇ ਕਿਸ ਨਾਲ ਦੇ ਘਰ ਟੋਕੇ ਦੀ ਆਵਾਜ਼ ਆ ਰਹੀ ਸੀ। ਹੁਣ ਆਮ ਬੰਦਾ ਟੋਕੇ ਦੀ ਆਵਾਜ਼ 'ਚੋਂ ਕੀ ਪ੍ਰੇਰਨਾ ਲਏਗਾ? ਹਰ ਇੱਕ ਬੰਦੇ ਦੀ ਆਪਣੀ ਸਰੋਤ ਹੈ, ਆਪਣੀ ਅਵਸਥਾ ਹੈ। ਪਰ ਉਹ ਗੁਰਮੁਖ ਅਸੀਂ ਬੈਠੇ ਸੀ 4-5 ਸਿੰਘ ਕਹਿਣ ਲੱਗੇ ਵੇਖੋ ਟੋਕਾ ਵੀ ਜਿਵੇਂ ਸਵਾਸ ਕਹਿ ਰਿਹਾ ਹੋਵੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਅੰਦਰ ਦੀ ਅਵਸਥਾ ਹੈ ਭਗਤ ਦੀ, ਪਰਮਾਤਮਾ ਨੂੰ ਪਿਆਰ ਕਰਨ ਵਾਲੇ ਦੀ, ਕਿ ਉਹਨੂੰ ਨਿਰਜੀਵ ਚੀਜ਼ਾਂ ਦੇ ਵਿੱਚੋਂ ਵੀ ਪਰਮਾਤਮਾ ਦਾ ਨਾਮ ਸੁਣਾਈ ਦਿੰਦਾ ਹੈ। ਜੀ ਜੰਤ ਸਰਬੱਤ ਨਾਉ ਤੇਰਾ ਧਿਆਵਣਾ। ਉਹਨੂੰ ਇੰਝ ਲੱਗਦਾ ਜਿਵੇਂ ਸਾਰੇ ਜੀਵ ਜੰਤੂ ਸਾਰੀਆਂ ਚੀਜ਼ਾਂ, ਤੇ ਸੱਚ ਇਹ ਹੈ ਉਹਨੂੰ ਘੋੜੇ ਦੇ ਪੌੜਾਂ ਦੀ ਆਵਾਜ਼ ਦੇ ਵਿੱਚੋਂ ਵੀ ਰੱਬ ਸੁਣਦਾ ਹੈ, ਉਹਨੂੰ ਪੱਖੇ ਦੇ ਪਰਾਂ ਦੀ ਆਵਾਜ਼ ਵਿੱਚੋਂ ਵੀ ਰੱਬ ਸੁਣਦਾ ਹੈ। ਸੱਚ ਕਰਕੇ ਜਾਣਿਓ ਉਹਨੂੰ ਹਰ ਚੀਜ਼ 'ਚੋਂ ਉਹਨੂੰ ਪਰਮਾਤਮਾ ਦੇ ਨਾਮ ਦੀ ਆਵਾਜ਼ ਗੂੰਜਦੀ ਇਹ ਪ੍ਰਤੀਤ ਹੁੰਦੀ ਹੈ। ਸਤਿਗੁਰੂ ਜੀ ਕਹਿੰਦੇ ਬੰਦਗੀ ਕਰਨ ਵਾਲੇ ਦੀ ਇਹ ਅਵਸਥਾ ਹੈ ਕਿ ਜੀ ਜੰਤ ਸਰਬੱਤ, ਹੇ ਪਰਮਾਤਮਾ ਜਿੰਨੇ ਜੀਵ ਜੰਤੂ ਨੇ ਸਾਰੇ ਤੇਰਾ ਨਾਮ ਜਪਦੇ ਪਏ ਨੇ, ਨਾਉ ਤੇਰਾ ਧਿਆਵਣਾ। ਤੇ ਅਗਲੀ ਉਹਦੀ ਅਵਸਥਾ ਹੈ ਕਿ ਤੂੰ ਦਾਤਾ ਦਾਤਾਰ, ਕਿ ਵਾਹਿਗੁਰੂ ਤੂੰ ਸਾਰਿਆਂ ਨੂੰ ਦਾਤਾ ਦੇਣ ਵਾਲਾ ਹੈ, ਤੂੰ ਹੀ ਦਾਤਾ ਹੈ ਤੇ ਤੇਰਾ ਦਿੱਤਾ ਖਾਵਣਾ। ਤੇ ਹਰੇਕ ਜੀਵ ਜੋ ਕੁਝ ਖਾ ਰਿਹਾ ਹੈ ਅਸਲ ਵਿੱਚ ਤੇਰਾ ਦਿੱਤਾ ਹੋਇਆ ਖਾ ਰਿਹਾ ਹੈ। ਦਾਤਾਂ ਦੇਣ ਵਾਲਾ ਤੂੰ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ, ਸਤਿਗੁਰੂ ਜੀ ਕਹਿੰਦੇ ਦੀਨਨ ਕੀ ਪ੍ਰਤਿਪਾਲ ਕਰੇ ਨਿਤ। ਉਹ ਪਰਿਪੂਰਨ ਪਰਮਾਤਮਾ ਗਰੀਬਾਂ ਦੀ ਨਿਤ ਪ੍ਰਤਿਪਾਲਨਾ ਕਰਦਾ ਹੈ। ਸੰਤ ਉਭਾਰ ਗਨੀ ਮਨ ਗਾਰੈ, ਸੰਤਾਂ ਦੀ ਰੱਖਿਆ ਕਰਦਾ ਤੇ ਸੰਤਾਂ ਦੇ ਵੈਰੀਆਂ ਦੁਸ਼ਟਾਂ ਦਾ ਨਾਸ਼ ਕਰ ਦਿੰਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਪਸ਼ ਪਸ਼ੂ ਨਗ ਨਾਗ ਨਰਾਤਪ, ਪਛ ਪੰਛੀ ਪਸ਼ੂ ਜਿਹੜੇ ਜੀਵ ਧਰਤੀ ਤੇ ਚੱਲਦੇ ਨੇ, ਪਸ਼ ਪਸ਼ੂ ਨਗ ਨਾਗ ਨਰਾਤਪ ਸੱਪ ਆਦਿ ਜਿੰਨੀਆਂ ਜੂਨਾਂ, ਸਤਿਗੁਰੂ ਜੀ ਕਹਿੰਦੇ ਪਸ਼ ਪਸ਼ੂ ਨਗ ਨਾਗ ਨਰਾਤਪ ਸਰਬ ਸਮੇਂ ਹਰ ਵੇਲੇ ਸਭ ਕੋ ਪ੍ਰਤਿਪਾਰੇ, ਸਾਰਿਆਂ ਦੀ ਪ੍ਰਤਿਪਾਲਨਾ ਕਰਦਾ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਪੋਖਤ ਹੈ ਜਲ ਮੈਂ, ਪਾਣੀ ਦੇ ਵਿੱਚ ਰਹਿਣ ਵਾਲੇ ਜੀਵਾਂ ਦੇ ਮੁੱਖ ਵਿੱਚ ਉਹ ਅੰਨ ਪਾਉਂਦਾ ਹੈ। ਥਲ ਮੈਂ, ਧਰਤੀ ਤੇ ਰਹਿਣ ਵਾਲੇ ਜੀਵਾਂ ਦੇ ਮੁੱਖ ਵਿੱਚ ਅਨਾਜ ਪਾਉਂਦਾ ਹੈ। ਸਤਿਗੁਰੂ ਜੀ ਕਹਿੰਦੇ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ, ਇੱਕ ਇੱਕ ਪਲ ਸਵਾਸ ਜੀਵਾਂ ਦੀ ਪ੍ਰਤਿਪਾਲਨਾ ਕਰਦਾ ਹੈ। ਕੱਲ ਕੇ ਨਹੀਂ ਕਰਮ ਵਿਚਾਰੇ, ਸਤਿਗੁਰੂ ਜੀ ਕਹਿੰਦੇ ਨੇ ਉਹ ਜੀਵਾਂ ਦੇ ਕਰਮ ਨਹੀਂ ਵਿਚਾਰਦਾ। ਦੀਨ ਦਇਆਲ ਦਇਆ ਨਿਤ ਦੋਖਣ ਦੇਖਤ ਹੈ,
ਪਰ ਦੇਖ ਨਾ ਹਾਰੇ। ਉਹ ਜੀਵਾਂ ਦੇ ਦੋਸ਼ ਵੀ ਵੇਂਦਾ ਹੈ, ਅਵਗੁਣ ਵੀ ਵੇਂਦਾ ਹੈ, ਪਰ ਫਿਰ ਵੀ ਸਾਰੇ ਜੀਵਾਂ ਨੂੰ ਰੋਜੀ ਦਿੰਦਾ ਹੈ, ਪ੍ਰਤੀਪਾਲਨਾ ਕਰਦਾ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਪਰੰਦੇ ਨਾ ਗਿਰਹਾ ਜਰ, ਜਿਹੜੇ ਪਰਿੰਦੇ ਨੇ ਆਕਾਸ਼ ਵਿੱਚ ਉੱਡਦੇ ਨੇ, ਤੇ ਸਤਿਗੁਰੂ ਜੀ ਕਹਿੰਦੇ ਨਾ ਉਹਨਾਂ ਦਾ ਕੋਈ ਘਰ ਹੈ, ਨਾ ਉਹਨਾਂ ਦੇ ਕੋਲ ਕੋਈ ਧਨ ਹੈ। ਪਰੰਦੇ ਨਾ ਗਿਰਹਾ ਜਰ, ਤੇ ਸਤਿਗੁਰੂ ਕਹਿੰਦੇ ਦਰਖਤ ਆਬ ਆਸ ਕਰ। ਉਹ ਦਰਖਤਾਂ ਦੀਆਂ ਟਾਹਣੀਆਂ 'ਤੇ ਬੈਠਦੇ ਨੇ, ਪਾਣੀ ਦੇ ਦਰਿਆਵਾਂ, ਨਦੀਆਂ ਦੇ ਛੱਪੜਾਂ ਦੇ ਆਸਰੇ 'ਤੇ ਉਹ ਜ਼ਿੰਦਗੀ ਕੱਟ ਜਾਂਦੇ ਨੇ। ਸਤਿਗੁਰੂ ਕਹਿੰਦੇ ਉਹਨਾਂ ਦੀ ਪ੍ਰਤੀਪਾਲਨਾ ਕੌਣ ਕਰ ਰਿਹਾ ਹੈ? ਪਰੰਦੇ ਨਾ ਗਿਰਹਾ ਜਰ, ਦਰਖਤ ਆਬ ਆਸ ਕਰ। ਸਤਿਗੁਰੂ ਜੀ ਕਹਿੰਦੇ ਦਿਹੰਦ ਸੂਈ, ਉਹਨਾਂ ਨੂੰ ਵੀ ਉਹ ਅਕਾਲ ਪੁਰਖ ਵਾਹਿਗੁਰੂ ਦਿੰਦਾ ਹੈ। ਏਕ ਤੂੰ ਸਤਿਗੁਰੂ ਜੀ ਕਹਿੰਦੇ ਪਰਮਾਤਮਾ ਉਹਨਾਂ ਨੂੰ ਵੀ ਕੇਵਲ ਤੂੰ ਹੀ ਦਾਤਾਂ ਦੇ ਰਹੀ ਹੈ। ਤੂੰ ਦਾਤਾ ਦਾ ਤਾਰ, ਤੇਰਾ ਦਿੱਤਾ ਖਾਵਣਾ, ਦਾਤਾਂ ਦੇਣ ਵਾਲਾ ਤੂੰ ਹੈ। ਭਗਤ ਦੀ ਅਵਸਥਾ ਕਹਿੰਦਾ ਪਰਮਾਤਮਾ ਤੇਰਾ ਦਿੱਤਾ ਅਸੀਂ ਖਾ ਰਹੇ ਹਾਂ, ਸਾਰੇ ਜੀਵ ਜੰਤੂ ਤੇਰਾ ਦਿੱਤਾ ਖਾਂਦੇ ਨੇ। ਤੇ ਭਗਤ ਪ੍ਰਹਿਲਾਦ ਜੀ ਦਾ ਜੀਵਨ ਪੜ੍ਹੀਏ ਤੇ ਉਹਨਾਂ ਦੇ ਪਿਤਾ ਦੀ ਅਵਸਥਾ ਇਹ ਹੈ ਕਿ ਦਾਤਾ ਮੈਂ ਹਾਂ, ਮੈਂ ਪ੍ਰਤੀਪਾਲਨਾ ਕਰਦਾ ਦੁਨੀਆ ਦੀ। ਤੇ ਪ੍ਰਹਿਲਾਦ ਕਹਿੰਦਾ ਨਹੀਂ, ਤੂੰ ਦਾਤਾ ਨਹੀਂ, ਤੂੰ ਕੇਵਲ ਇੱਕ ਛੋਟਾ ਜਿਹਾ ਰਾਜਾ ਹੈ। ਤੇਰੇ ਵਰਗੇ ਰਾਜੇ ਦੁਨੀਆ 'ਤੇ ਬੇਅੰਤ ਹੋ ਕੇ ਚਲੇ ਗਏ। ਪ੍ਰਹਿਲਾਦ ਕਹਿੰਦਾ ਦਾਤਾਂ ਦੇਣ ਵਾਲਾ ਦਾਤਾ ਅਸਲ ਵਿੱਚ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਹੈ। ਤੇ ਇਸ ਸ਼ਬਦ ਦੇ ਬਦਲੇ ਪਿਤਾ ਦੇ ਇਹਨਾਂ ਬੋਲਾਂ ਦੇ ਖਿਲਾਫ ਆਵਾਜ਼ ਉਠਾਉਣ ਦੇ ਬਦਲੇ ਭਗਤ ਪ੍ਰਹਿਲਾਦ ਨੂੰ ਕਈ ਦੁੱਖ ਸਹਿਣੇ ਪੈ ਗਏ, ਰੋਹ ਵਿਚਾਰ। ਪਰ ਪ੍ਰਹਿਲਾਦ ਨਹੀਂ ਮੰਨਿਆ ਕਿ ਦਾਤਾ ਹਰਨਾਖਸ਼ ਹੈ, ਕਹਿੰਦਾ ਦਾਤਾ ਉਹ ਅਕਾਲ ਪੁਰਖ ਵਾਹਿਗੁਰੂ ਹੈ। ਦੂਸਰੇ ਪਾਸੇ ਜੇ ਗੁਰੂ ਸਾਹਿਬ ਦੇ ਜੀਵਨ ਦੀ ਘਟਨਾ ਇਤਿਹਾਸ ਪੜ੍ਹੀਏ ਤੇ ਬੀਬੀ ਰਜਨੀ ਪੱਟੀ ਦੇ ਰਹਿਣ ਵਾਲੇ ਇੱਕ ਚੌਧਰੀ ਦੇ ਘਰ ਉਹਦਾ ਜਨਮ ਹੁੰਦਾ ਹੈ, ਔਰ ਉਸ ਚੌਧਰੀ ਦੀਆਂ 7 ਧੀਆਂ ਦਾ ਜ਼ਿਕਰ ਆਉਂਦਾ ਹੈ। 6 ਧੀਆਂ ਆਪਣੇ ਪਿਤਾ ਨੂੰ ਦਾਤਾ ਮੰਨ ਕੇ ਬੈਠ ਗਈਆਂ। 7ਵੀਂ ਧੀ ਕਹਿੰਦੀ ਹੈ ਨਹੀਂ, ਦਾਤਾ ਪਿਤਾ ਨਹੀਂ ਹੈ, ਦਾਤਾ ਦੇਣ ਵਾਲਾ ਦਾਤਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਹੈ। ਉਹਦੀ ਸ਼ਿਕਾਇਤ ਕਰ ਦਿੱਤੀ ਜਾਂਦੀ ਹੈ, ਪਿਤਾ ਜੀ ਅਸੀਂ ਮੰਨਦੀਆਂ ਹਾਂ ਕਿ ਸਾਡੇ ਦਾਤੇ ਤੁਸੀਂ ਹੋ, ਤੁਹਾਡਾ ਦਿੱਤਾ ਅਸੀਂ ਖਾਨੀਆਂ, ਤੁਹਾਡਾ ਦਿੱਤਾ ਵਸਤਰ ਕੱਪੜੇ ਪਹਿਨਦੀਆਂ ਹਾਂ, ਤੁਹਾਡੇ ਵਸਾਏ ਇਸ ਘਰ ਦੇ ਵਿੱਚ ਅਸੀਂ ਰਹਿੰਦੀਆਂ ਹਾਂ। ਪਰ ਇਹ ਰਜਨੀ ਨਹੀਂ ਮੰਨਦੀ, ਇਹ ਕਹਿੰਦੀ ਹੈ ਦਾਤਾ ਕੋਈ ਅਕਾਲ ਪੁਰਖ, ਕੋਈ ਵਾਹਿਗੁਰੂ, ਕੋਈ ਨਿਰੰਕਾਰ ਹੈ। ਪਿਤਾ ਦੇ ਮਨ ਵਿੱਚ ਗੁੱਸਾ ਆਇਆ। ਇਤਿਹਾਸ ਕਹਿੰਦਾ ਉਹਨੇ ਬੀਬੀ ਰਜਨੀ ਦੀ ਸ਼ਾਦੀ ਇੱਕ ਪਿੰਗਲੇ ਦੇ ਇੱਕ ਕੋੜੀ ਦੇ ਨਾਲ ਕਰ ਦਿੱਤੀ। ਤੇ ਉਹਦੇ ਸਾਹਮਣੇ ਉਹਨੇ ਇੱਕ ਚੈਲੰਜ ਰੱਖ ਦਿੱਤਾ, ਕਹਿੰਦਾ ਤੂੰ ਕਹਿੰਦੀ ਹੈ ਕਿ ਦਾਤਾ ਦੇਣ ਵਾਲਾ ਦਾਤਾ ਕੋਈ ਰੱਬ ਹੈ, ਤੇ ਤੇਰਾ ਵਿਆਹ ਮੈਂ ਪਿੰਗਲੇ ਕੋੜੀ ਨਾਲ ਕਰ ਦਿੱਤਾ ਹੈ, ਹੁਣ ਵੇਖਾਂਗਾ ਤੈਨੂੰ ਕੌਣ ਦਾਤਾ ਦਿੰਦਾ, ਕੌਣ ਤੇਰੀ ਪ੍ਰਤੀਪਾਲਨਾ ਕਰਦਾ ਹੈ। ਔਰ ਉਹ ਰੱਬ ਦੇ ਅਕਾਲ ਪੁਰਖ ਵਾਹਿਗੁਰੂ ਦੇ ਭਰੋਸੇ 'ਤੇ ਜੀਣ ਵਾਲੀ ਬੀਬੀ ਰਜਨੀ, ਉਹਨੂੰ ਘਰੋਂ ਵੀ ਕੱਢ ਦਿੱਤਾ ਗਿਆ, ਕੋਈ ਉਹਨੂੰ ਸੁੱਖ ਸਹੂਲਤ ਦਾ ਸਾਧਨ ਨਹੀਂ ਮਿਲਦਾ। ਉਹ ਦਰ ਦਰ ਭਟਕਦੀ ਹੋਈ ਬੀਬੀ ਰਜਨੀ, ਇਤਿਹਾਸ ਕਹਿੰਦਾ ਜਿੱਥੇ ਅੱਜ ਕੱਲ੍ਹ ਦੁੱਖ ਭੰਜਣੀ ਬੇਰ ਸਰੋਵਰ ਹੈ, ਇੱਥੇ ਪਹੁੰਚਦੀ ਹੈ। ਆਪਣੇ ਪਤੀ ਨੂੰ ਉਸ ਖਾਰੀ ਦੇ ਵਿੱਚ ਬਿਠਾ ਕੇ ਉਹ ਬੀਬੀ ਰਜਨੀ ਉੱਥੇ ਛਾਵੇਂ ਬਿਠਾ ਕੇ ਆਪ ਪਿੰਡ ਦੇ ਵਿੱਚੋਂ ਪ੍ਰਸ਼ਾਦਾ ਮੰਗਣ ਤੁਰ ਜਾਂਦੀ ਹੈ। ਉਹ ਪਿੰਗਲਾ ਵੇਖਦਾ ਕਿ ਕਾਂ ਆਉਂਦੇ ਨੇ, ਉਸ ਛੱਪੜੀ ਵਿੱਚ ਇਸ਼ਨਾਨ ਕਰਦੇ ਨੇ, ਹੰਸ ਬਣ ਕੇ ਉੱਡ ਜਾਂਦੇ ਨੇ। ਉਸ ਬੀਬੀ ਰਜਨੀ ਦੇ ਪਿੰਗਲੇ ਪਤੀ ਨੇ ਇਸ ਕੌਤਕ ਨੂੰ ਤੱਕਿਆ। ਇਤਿਹਾਸ ਕਹਿੰਦਾ ਉਹ ਰਿੜਦਾ ਉਸ ਛੱਪੜੀ ਦੇ ਵਿੱਚ ਵੜਦਾ ਹੈ। ਜਦੋਂ ਬਾਹਰ ਨਿਕਲਦਾ ਤੇ ਸਹੀ ਸਲਾਮਤ ਹੈ, ਐਨ ਤੰਦਰੁਸਤ ਨਰੋਵਾ ਨਿਕਲਦਾ ਹੈ। ਤੇ ਉਹ ਜਦੋਂ ਬੀਬੀ ਰਜਨੀ ਵਾਪਸ ਆਉਂਦੀ ਹੈ, ਉਹ ਆਪਣੇ ਪਤੀ ਦੀ ਥਾਂ 'ਤੇ, ਪਿੰਗਲੇ ਖੋੜੇ ਪਤੀ ਦੀ ਥਾਂ 'ਤੇ ਇੱਕ ਨਵੇਂ ਨਰੋਏ ਤੰਦਰੁਸਤ ਮਨੁੱਖ ਨੂੰ ਵੇਖ ਕੇ ਬੜੀ ਹੈਰਾਨ ਹੁੰਦੀ ਹੈ। ਉਹ ਕਹਿੰਦਾ ਮੈਂ ਤੇਰਾ ਪਤੀ ਹਾਂ। ਬੀਬੀ ਰਜਨੀ ਕਹਿੰਦੀ ਹੈ ਤੂੰ ਮੇਰੇ ਪਤੀ ਨੂੰ ਮਾਰ ਦਿੱਤਾ, ਤੂੰ ਉਹਦੀ ਥਾਂ ਬੈਠ ਗਿਆ ਹੈ। ਰੋ ਵਿਚਾਰ ਇਹ ਦੋਵੇਂ ਚੱਲਦੇ ਚੱਲਦੇ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚਦੇ ਨੇ। ਤੇ ਸਤਿਗੁਰੂ ਜੀ ਇਹਨਾਂ ਦੇ ਮਨ ਦਾ ਭਰਮ ਮਿਟਾਉਂਦੇ ਨੇ ਕਿ ਗੁਰੂ ਦੀ ਸੰਗਤ ਵਿੱਚ ਆ ਕੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਤੁਹਾਡਾ ਭਲਾ ਹੋਇਆ। ਉਸ ਦੁੱਖ ਭੰਜਣੀ ਬੇਰ ਨੂੰ ਸਤਿਗੁਰੂ ਜੀ ਨੇ ਸਰੋਵਰ ਦੇ ਰੂਪ ਵਿੱਚ ਪ੍ਰਗਟ ਕੀਤਾ। ਰੋ ਵਿਚਾਰ ਕਹਿਣ ਤੋਂ ਭਾਵ ਕਿ ਬੀਬੀ ਰਜਨੀ ਜਿਹਦੇ ਮਨ ਦੀ ਅਵਸਥਾ ਇਹ ਹੈ ਕਿ ਦਾਤਾ ਦੇਣ ਵਾਲਾ ਦਾਤਾ ਵਾਹਿਗੁਰੂ ਹੈ,
ਜੇ ਉਹਦੇ ਪਿਤਾ ਨੇ ਉਹਨੂੰ ਘਰੋਂ ਕੱਢ ਦਿੱਤਾ, ਪਿੰਗਲੇ ਕੋੜੀ ਦੇ ਨਾਲ ਉਹਨੂੰ ਵਿਆਹ ਦਿੱਤਾ, ਫਿਰ ਕਿਹੜਾ ਉਹ ਭੁੱਖੀ ਮਰ ਗਈ? ਦਾਤਾਂ ਦੇਣ ਵਾਲੇ ਨੇ ਇਹਦੀ ਪ੍ਰਤੀਪਾਲਣਾ ਕੀਤੀ। ਅੱਜ ਉਹਦੇ ਪਿਤਾ ਨੂੰ ਤੇ ਸ਼ਾਇਦ ਕੋਈ ਨਾ ਜਾਣਦਾ ਹੋਵੇ ਕਿ ਉਹਦਾ ਕੀ ਨਾਮ ਹੈ, ਪਰ ਜਿਨਨੇ ਰੱਬ ਦੇ ਭਰੋਸੇ ਤੇ ਜੀਵਨ ਬਤੀਤ ਕੀਤਾ, ਜਿਨਨੇ ਮਨ ਵਿੱਚ ਇਹ ਗੱਲ ਵਸਾ ਲਈ ਕਿ ਤੂੰ ਦਾਤਾ ਦਾ ਤਾਰ, ਤੇਰਾ ਦਿੱਤਾ ਖਾਵਣਾ, ਉਸ ਬੀਬੀ ਰਜਨੀ ਨੂੰ ਅੱਜ ਸੰਸਾਰ ਜਾਣਦਾ ਹੈ। ਸੋ ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਰੱਬ ਨੂੰ ਪਿਆਰ ਕਰਦੇ ਨੇ ਨਾ, ਉਹਨਾਂ ਦੇ ਅੰਦਰ ਦੀ ਅਵਸਥਾ ਹੈ ਪਰਮਾਤਮਾ ਦਾਤਾ ਤੂੰ ਹੈ, ਅਸੀਂ ਤੇਰਾ ਦਿੱਤਾ ਖਾਂਦੇ ਹਾਂ। ਅਤੇ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਜੀ ਬਾਰ-ਬਾਰ ਇਸ ਗੱਲ ਦਾ ਸਤਿਗੁਰੂ ਜੀ ਉਪਦੇਸ਼ ਦੇ ਰਹੇ ਨੇ, ਭਾਈ ਤੂੰ ਦਾਤਾ ਇੱਕ ਅਕਾਲ ਪੁਰਖ ਨੂੰ ਮੰਨਣਾ ਹੈ। ਦੁਨੀਆ 'ਤੇ ਬੜੇ ਲੋਕ ਨੇ ਜਿਹੜੇ ਆਪਣੇ ਆਪ ਨੂੰ ਦਾਤਾ ਹੋਣ ਦਾ ਦਾਅਵਾ ਕਰਦੇ ਨੇ ਕਿ ਅਸੀਂ ਦਾਤੇ ਹਾਂ, ਸਾਡੇ ਕੋਲ ਆਓ, ਸਾਨੂੰ ਮੱਥੇ ਟੇਕੋ, ਸਾਡੀ ਪੂਜਾ ਕਰੋ, ਸਾਨੂੰ ਦਾਨ ਪੁੰਨ ਕਰੋ, ਸਾਨੂੰ ਪੂਜਾ ਭੇਟਾ ਚੜਾਓ, ਅਸੀਂ ਤੁਹਾਨੂੰ ਦਾਤਾਂ ਦੇਵਾਂਗੇ। ਪਰ ਸੱਚ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਸਤਿਗੁਰੂ ਜੀ ਕਹਿੰਦੇ ਭਾਈ ਦਾਤਾਂ ਦੇਣ ਵਾਲਾ ਦਾਤਾ ਕੇਵਲ ਇੱਕ ਹੀ ਹੈ, ਅਤੇ ਸਾਰਿਆਂ ਨੂੰ ਦਾਤਾਂ ਉਹ ਅਕਾਲ ਪੁਰਖ ਵਾਹਿਗੁਰੂ ਦੇ ਰਿਹਾ ਹੈ। ਅਤੇ ਸਤਿਗੁਰੂ ਜੀ ਕਹਿੰਦੇ ਨੇ ਦਿੰਦੇ ਤੋਟ ਨਾ ਆਵਈ, ਉਹਨੂੰ ਦਾਤਾਂ ਦਿੰਦੇ ਨੂੰ ਕੋਈ ਤੋਟ ਨਹੀਂ ਆਉਂਦੀ। ਕਿਉਂ? ਗੁਰੂ ਜੀ ਕਹਿੰਦੇ ਕਿਉਂਕਿ ਅਗਣਤ ਭਰੇ ਭੰਡਾਰ, ਕਿਉਂਕਿ ਉਹਦੇ ਭੰਡਾਰੇ ਬੜੇ ਭਰੇ ਪਏ ਨੇ। ਉਹ ਬੇਅੰਤ ਦਾਤਾਂ ਵੰਡ ਚੁੱਕਿਆ ਹੈ, ਬੇਅੰਤ ਦਾਤਾਂ ਹੁਣ ਵੀ ਵੰਡ ਰਿਹਾ ਹੈ, ਬੇਅੰਤ ਦਾਤਾਂ ਆਉਣ ਵਾਲੇ ਸਮੇਂ ਵਿੱਚ ਵੀ ਉਹਨੇ ਵੰਡਦੇ ਹੀ ਰਹਿਣਾ ਹੈ। ਪਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਦੇਂਦਾ ਦੇ ਲੈਂਦੇ ਥੱਕ ਪਾਹੇ, ਉਸ ਦੇਣ ਵਾਲੇ ਨੇ ਦੇ ਹੀ ਜਾਣੀ ਹੈ, ਦਾਤਾਂ ਲੈਣ ਵਾਲੇ ਤੇ ਥੱਕ ਜਾਂਦੇ ਨੇ। ਪਰ ਸਤਿਗੁਰੂ ਜੀ ਕਹਿੰਦੇ ਦਾਤਾਂ ਦੇਣ ਵਾਲਾ ਦਾਤਾਂ ਵੰਡਦਿਆਂ ਕਦੇ ਥੱਕਦਾ ਨਹੀਂ। ਇਸੇ ਕਰਕੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਅਰਦਾਸ ਕੀਤੀ, ਜਿਹੜੀ ਅਰਦਾਸ ਅਸੀਂ ਰੋਜ਼ਾਨਾ ਹੀ ਕਰਦੇ ਹਾਂ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਪਰਮਾਤਮਾ ਦੇ ਬਾਰੇ ਸਾਨੂੰ ਚਾਨਣਾ ਪਾਇਆ ਕਿ ਜਿਹਨੂੰ ਮੈਂ ਦਾਤਾ ਮੰਨਦਾ, ਅਸਲ ਵਿੱਚ ਉਹਦੀ ਅਵਸਥਾ ਉਹ ਕਿਵੇਂ ਦਾ ਹੈ। ਸਤਿਗੁਰੂ ਜੀ ਕਹਿੰਦੇ ਥਾਪਿਆ ਨਾ ਜਾਏ। ਸਭ ਤੋਂ ਪਹਿਲੀ ਗੱਲ ਗੁਰੂ ਸਾਹਿਬ ਜੀ ਕਹਿੰਦੇ ਉਹਨੂੰ ਥਾਪਿਆ ਨਹੀਂ ਜਾ ਸਕਦਾ, ਅਸਥਾਪਨ ਨਹੀਂ ਕੀਤਾ ਜਾ ਸਕਦਾ। ਜਿਵੇਂ ਅੱਜ ਦੇ ਸਮੇਂ ਵਿੱਚ ਕਿਸੇ ਨੂੰ ਆਪਣਾ ਗੁਰੂ ਥਾਪਿਆ ਹੋਇਆ, ਕਿਸੇ ਨੇ ਕਿਸੇ ਨੂੰ ਆਪਣਾ ਦਾਤਾ ਮੰਨਿਆ ਹੋਇਆ, ਕੋਈ ਪੱਥਰਾਂ ਦੀਆਂ ਮੂਰਤੀਆਂ ਘਰ ਵਿੱਚ ਸਥਾਪਨ ਕਰਕੇ ਬੈਠੇ, ਇਹ ਸਾਡੇ ਦਾਤੇ ਨੇ। ਕੋਈ ਕਿਸੇ ਦੀ ਪੂਜਾ ਕਰ ਰਿਹਾ, ਕੋਈ ਕਿਸੇ ਨੂੰ ਸਥਾਪਨ ਕਰਕੇ ਉਹਦੀ ਪੂਜਾ ਕਰ ਰਿਹਾ। ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਦਾਤੇ ਨਾਲ ਮੈਂ ਆਖਦਾ ਨਾ ਜੁੜ ਜਾਓ, ਉਹ ਦਾਤਾ ਅਸਲ ਵਿੱਚ ਥਾਪਿਆ ਨਾ ਜਾਏ, ਉਹਨੂੰ ਕਿਸੇ ਖਾਸ ਜਗ੍ਹਾ 'ਤੇ ਸਥਾਪਨ ਨਹੀਂ ਕੀਤਾ ਜਾ ਸਕਦਾ। ਜੇ ਕੋਈ ਆਖੇ ਕਿ ਮੈਂ ਘਰ ਦੇ ਵਿੱਚ ਥੋੜ੍ਹੀ ਜਿਹੀ ਛੋਟੀ ਜਿਹੀ ਕੋਈ ਜਗ੍ਹਾ ਬਣਾ ਕੇ ਅਤੇ ਉੱਥੇ ਕੋਈ ਪੱਥਰ ਦੀ ਮੂਰਤੀ ਭਗਵਾਨ ਦੀ ਬਣਾ ਕੇ ਰੱਖ ਦਿਆਂ, ਅਤੇ ਮੈਂ ਆਖਾਂ ਮੈਂ ਰੱਬ ਨੂੰ ਆਪਣੇ ਘਰ ਦੇ ਵਿੱਚ ਸਥਾਪਨ ਕਰ ਲਿਆ, ਸਤਿਗੁਰੂ ਜੀ ਕਹਿੰਦੇ ਇੱਦਾਂ ਥਾਪਿਆ ਨਹੀਂ ਜਾਂਦਾ। ਕਿਉਂ ਨਹੀਂ ਥਾਪਿਆ ਜਾਂਦਾ? ਕਿਉਂਕਿ ਉਹ ਪਰਿਪੂਰਨ ਪਰਮਾਤਮਾ ਸਾਰੇ ਬ੍ਰਹਿਮੰਡ ਦੇ ਕਣ-ਕਣ ਦੇ ਵਿੱਚ ਸਮਾਇਆ ਹੋਇਆ ਹੈ। ਇਸ ਕਰਕੇ ਉਹਨੂੰ ਇੱਕ ਪੱਥਰ ਦੀ ਮੂਰਤੀ ਵਿੱਚ ਬੰਨ੍ਹ ਕੇ ਨਹੀਂ ਰੱਖਿਆ ਜਾ ਸਕਦਾ। ਸਤਿਗੁਰੂ ਜੀ ਕਹਿੰਦੇ ਥਾਪਿਆ ਨਾ ਜਾਏ, ਕੀਤਾ ਨਾ ਹੋਏ। ਨਾ ਉਹ ਕਿਸੇ ਦਾ ਬਣਾਇਆ ਹੋਇਆ ਹੀ ਹੈ, ਉਹਨੂੰ ਕੋਈ ਨਹੀਂ ਬਣਾ ਸਕਦਾ, ਉਹ ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ ਹੈ। ਸਤਿਗੁਰੂ ਜੀ ਕਹਿੰਦੇ ਆਪੇ ਆਪ ਨਿਰੰਜਨ ਸੋਏ, ਉਹ ਆਪਣੇ ਆਪ ਤੋਂ ਹੀ ਪੈਦਾ ਹੋਇਆ ਹੈ, ਉਹ ਕਾਲਕ ਤੋਂ ਰਹਿਤ ਹੈ, ਉਹਦਾ ਨਾ ਕੋਈ ਮਾਤਾ ਹੈ ਨਾ ਕੋਈ ਪਿਤਾ ਹੈ, ਉਹ ਆਪਣੇ ਆਪ ਤੋਂ ਹੀ ਪੈਦਾ ਹੋਇਆ। ਇਹਨੂੰ ਸਤਿਗੁਰੂ ਜੀ ਨੇ ਆਖਿਆ ਸਹਿ ਭੰਗ, ਜਿਹੜਾ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ, ਉਹਦੀ ਕੋਈ ਮਾਤਾ ਪਿਤਾ ਨਹੀਂ ਹੈ, ਪਰ ਉਹ ਸਾਰਿਆਂ ਦਾ ਮਾਤਾ ਪਿਤਾ ਹੈ। ਜਿਹਨੂੰ ਬਾਣੀ ਵਿੱਚ ਅਸੀਂ ਪੜ੍ਹਦੇ ਹਾਂ ਨਾ, ਸਭਨਾ ਕਾ ਮਾਂ ਪਿਓ ਆਪ ਹੈ, ਉਹ ਆਪ ਸਾਰਿਆਂ ਦਾ ਮਾਤਾ ਪਿਤਾ ਹੈ, ਪਰ ਉਹਦਾ ਮਾਤਾ ਪਿਤਾ ਕੋਈ ਨਹੀਂ। ਕਿਉਂ? ਉਹ ਪਰਮਾਤਮਾ ਕੀਤਾ ਨਾ ਹੋਏ, ਉਹ ਕਿਸੇ ਦਾ ਪੈਦਾ ਕੀਤਾ ਹੋਇਆ ਨਹੀਂ ਹੈ, ਉਹ ਆਪੇ ਆਪ ਨਿਰੰਜਨ ਸੋਏ, ਉਹ ਆਪ ਆਪਣੇ ਆਪ ਤੋਂ ਪੈਦਾ ਹੋਇਆ ਹੈ। ਸਤਿਗੁਰੂ ਜੀ ਕਹਿੰਦੇ ਨੇ ਜਿਨ ਸੇਵਿਆ ਤਿਨ ਪਾਇਆ ਮਾਣ। ਜਿਨਨੇ ਉਸ ਪਰਿਪੂਰਨ ਪਰਮਾਤਮਾ ਦਾ ਸਿਮਰਨ ਕੀਤਾ, ਉਹਦੇ ਨਾਮ ਨੂੰ ਜਪਿਆ, ਉਹਦੀ ਬੰਦਗੀ ਕੀਤੀ, ਉਹਨੂੰ ਸੰਸਾਰ 'ਤੇ ਮਾਣ ਮਿਲਿਆ, ਉਹਨੂੰ ਸਤਿਕਾਰ ਮਿਲਿਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ, ਸਤਿਗੁਰੂ ਜੀ ਕਹਿੰਦੇ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਈ।
ਜਿਹੜੇ ਲੋਕਾਂ ਦੇ ਵੱਲੋਂ ਨੀਵੀਂ ਜਾਤ ਵਿੱਚ ਕਹੇ ਗਏ ਲੋਕ ਸੀ ਕਿ ਇਹ ਨੀਚ ਜਾਤ ਵਾਲੇ ਨੇ, ਜਦ ਉਹਨਾਂ ਨੇ ਬੰਦਗੀ ਕੀਤੀ ਤੇ ਸਤਿਗੁਰੂ ਜੀ ਕਹਿੰਦੇ ਸੰਸਾਰ ਤੇ ਉਹਨਾਂ ਦਾ ਨਾਮ ਪ੍ਰਗਟ ਹੋਇਆ। ਅੱਜ ਲੋਕ ਉਹਨਾਂ ਦੇ ਚਰਨਾਂ ਤੇ ਨਮਸਕਾਰਾਂ ਪਏ ਕਰਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਦਾ ਬਚਨ ਹੈ। ਸਤਿਗੁਰੂ ਜੀ ਕਹਿੰਦੇ ਨੇ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ। ਭਗਤ ਨਾਮਦੇਵ ਜੀ ਦਾ ਮਨ ਪਰਮਾਤਮਾ ਦੇ ਗੋਬਿੰਦ ਦੇ ਨਾਮ ਵਿੱਚ ਲੀਨ ਹੋਇਆ। ਆਡ ਦਾਮ ਕੋ ਛਿਪਰੋ ਹੋਇਓ ਲਾਖੀਣਾ। ਗੁਰੂ ਜੀ ਕਹਿੰਦੇ ਅੱਧੀ ਕੌਡੀ ਦਾ ਸ਼ੀਂਬਾ ਜਿਹੜਾ ਸੀ, ਅੱਧੀ ਦਮੜੀ ਦਾ ਸ਼ੀਂਬਾ, ਜਿਹਨੂੰ ਲੋਕ ਸ਼ੂਦਰ ਕਹਿੰਦੇ ਸੀ, ਨੀਵੀਂ ਜਾਤ ਦਾ ਕਹਿੰਦੇ ਸੀ, ਉਹ ਲੱਖਾਂ ਦਾ ਹੋ ਗਿਆ। ਅੱਜ ਸੰਸਾਰ ਉਹਦੇ ਚਰਨਾਂ ਤੇ ਸੀਸ ਝੁਕਾਉਂਦਾ ਪਿਆ। ਗੁਰੂ ਜੀ ਕਹਿੰਦੇ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ। ਜਿਨ ਸੇਵਿਆ ਤਿਨ ਪਾਇਆ ਮਾਣ। ਜਿਨ੍ਹੇ ਉਹਦਾ ਸਿਮਰਨ ਕੀਤਾ ਉਹਨੂੰ ਪਰਮਾਤਮਾ ਨੇ ਮਾਣ ਆਦਰ ਸਤਿਕਾਰ ਬਖਸ਼ਿਸ਼ ਕੀਤਾ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਬੁਨਨਾ ਤਣਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ। ਭਗਤ ਕਬੀਰ ਜੀ ਨੇ ਆਪਣੇ ਮਨ ਦੇ ਤਾਣੇ ਬਾਣੇ ਤਿਆਗ ਕੇ ਪਰਮਾਤਮਾ ਦੇ ਚਰਨਾਂ ਨਾਲ ਪ੍ਰੀਤ ਪਾਈ। ਜਿਨ ਸੇਵਿਆ ਤਿਨ ਪਾਇਆ ਮਾਣ। ਨੀਚ ਕੁੱਲਾ ਜੁਲਾਹਰਾ ਭਇਓ ਗੁਣੀ ਗਹੀਰਾ। ਜਿਹਨੂੰ ਨੀਵੀਂ ਕੁੱਲ ਦਾ ਜੁਲਾਹਾ ਦੱਸਦੇ ਸੀ ਲੋਕ, ਗੁਰੂ ਸਾਹਿਬ ਜੀ ਕਹਿੰਦੇ ਉਹ ਗੁਣਾਂ ਦੀ ਖਾਣ ਬਣਿਆ। ਅੱਜ ਲੋਕ ਉਹਦੇ ਵੀ ਚਰਨਾਂ ਤੇ ਨਮਸਕਾਰਾਂ ਕਰਦੇ ਪਏ ਨੇ। ਰਵਿਦਾਸ ਢੁਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ। ਭਗਤ ਰਵਿਦਾਸ ਜੀ ਜਿਹੜੇ ਮਰੇ ਪਸ਼ੂ ਢੋਣ ਦਾ ਕੰਮ ਕਰਦੇ ਨੇ, ਅੱਜ ਵੀ ਉਹਨਾਂ ਦੇ ਜਿਹੜੇ ਅੰਸ਼ ਬੰਸ਼ ਦੇ ਲੋਕ ਨੇ, ਜਿਹੜੇ ਕੋਈ ਮੋਚੀ ਦੀ ਕਾਰ ਕਰਦਾ, ਕੋਈ ਕਿਸੇ ਤਰ੍ਹਾਂ ਦੀ ਕਿਰਤ ਵਿਰਤ ਕਰਦਾ, ਗੁਰੂ ਸਾਹਿਬ ਜੀ ਕਹਿੰਦੇ ਉਹ ਮਰੇ ਪਸ਼ੂ ਢੋਣ ਵਾਲਾ ਭਗਤ ਰਵਿਦਾਸ ਜਦੋਂ ਉਹਨੇ ਪਰਮਾਤਮਾ ਦੇ ਨਾਮ ਨਾਲ ਸੁਰਤ ਜੋੜੀ, ਮੋਹ ਮਾਇਆ ਦਾ ਤਿਆਗ ਕਰਕੇ ਪਰਮਾਤਮਾ ਦੇ ਨਾਮ ਨੂੰ ਜਪਿਆ, ਜਿਨ ਸੇਵਿਆ ਤਿਨ ਪਾਇਆ ਮਾਣ। ਗੁਰੂ ਜੀ ਕਹਿੰਦੇ ਉਹ ਜਿਹੜਾ ਰਵਿਦਾਸ ਢੁਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ। ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਉਹ ਪਰਮਾਤਮਾ ਦੇ ਨਾਮ ਨੂੰ ਜਪਦਾ ਜਪਦਾ ਪਰਮਾਤਮਾ ਦਾ ਰੂਪ ਹੋ ਗਿਆ। ਉਹਨੂੰ ਪਰਮਾਤਮਾ ਦੇ ਪ੍ਰਤੱਖ ਦਰਸ਼ਨ ਹੋਏ। ਗੁਰੂ ਸਾਹਿਬ ਜੀ ਕਹਿੰਦੇ ਸੰਗਤ ਦੇ ਵਿੱਚ ਪ੍ਰਗਟ ਹੋ ਗਿਆ। ਅੱਜ ਲੋਕ ਭਗਤ ਰਵਿਦਾਸ ਦੇ ਚਰਨਾਂ ਤੇ ਸੀਸ ਝੁਕਾਉਂਦੇ ਪਏ ਨੇ। ਸੈਣ ਨਾਈ ਬੁੱਤ ਕਾਰਿਆ ਉਹ ਘਰ ਘਰ ਸੁਣਿਆ। ਭਗਤ ਸੈਣ ਜਿਹੜਾ ਲੋਕਾਂ ਦੀ ਮੁੱਠੀ ਚਾਪੀ ਕਰਦਾ, ਮਾਲਸ਼ਾਂ ਕਰਦਾ, ਲੋਕਾਂ ਦੇ ਨਹੁੰ ਕੱਟਦਾ, ਲੋਕਾਂ ਦੇ ਇਸ ਤਰ੍ਹਾਂ ਸਾਫ਼ ਸਫਾਈ ਦੀ ਕਿਰਤ ਵਿਰਤ ਕਰਦਾ ਹੈ। ਪਰ ਜਦੋਂ ਉਸ ਭਗਤ ਸੈਣ ਨੇ ਪਰਮਾਤਮਾ ਦੇ ਨਾਮ ਨਾਲ ਸੁਰਤ ਜੋੜੀ, ਜਿਨ ਸੇਵਿਆ ਤਿਨ ਪਾਇਆ ਮਾਣ। ਗੁਰੂ ਸਾਹਿਬ ਜੀ ਕਹਿੰਦੇ ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ। ਹਿਰਦੈ ਵਸਿਆ ਪਾਰ ਬ੍ਰਹਮ। ਭਗਤਾਂ ਮੈਂ ਗਣਿਆ ਜਦੋਂ ਉਹਦੇ ਹਿਰਦੇ ਵਿੱਚ ਰੱਬ ਵਸ ਗਿਆ। ਗੁਰੂ ਜੀ ਕਹਿੰਦੇ ਉੱਚੇ ਭਗਤਾਂ ਦੇ ਵਿੱਚ ਉਹਦੀ ਗਿਣਤੀ ਹੋਣ ਲੱਗ ਪਈ। ਜਿਨ ਸੇਵਿਆ ਤਿਨ ਪਾਇਆ ਮਾਣ। ਜਿਨ੍ਹੇ ਸਿਮਰਨ ਕੀਤਾ ਉਹਨੂੰ ਪਰਮਾਤਮਾ ਨੇ ਮਾਣ ਬਖਸ਼ਿਸ਼ ਕੀਤਾ। ਗੁਰੂ ਸਾਹਿਬ ਜੀ ਕਹਿੰਦੇ ਇਹ ਬਿਧ ਸੁਣ ਕੇ ਜੱਟ ਰੋਠ ਭਗਤੀ ਲਾਗਾ। ਇਹ ਕੁਝ ਸੁਣ ਕੇ ਜਦੋਂ ਭਗਤ ਨਾਮਦੇਵ, ਭਗਤ ਕਬੀਰ, ਭਗਤ ਰਵਿਦਾਸ, ਭਗਤ ਸੈਣ ਦੀ ਜ਼ਿੰਦਗੀ ਦਾ ਇਤਿਹਾਸ ਸੁਣਿਆ ਭਗਤ ਧੰਨਾ ਜੀ ਨੇ, ਤੇ ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਵੀ ਭਗਤੀ ਕਰਨੀ, ਬੰਦਗੀ ਕਰਨੀ ਸ਼ੁਰੂ ਕਰ ਦਿੱਤੀ। ਜਿਨ ਸੇਵਿਆ ਤਿਨ ਪਾਇਆ ਮਾਣ। ਸਤਿਗੁਰੂ ਜੀ ਕਹਿੰਦੇ ਨੇ ਇਹ ਬਿਧ ਸੁਣ ਕੇ ਜੱਟ ਰੋਠ ਭਗਤੀ ਲਾਗਾ। ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਧੰਨਾ ਵੱਡੇ ਭਾਗਾਂ ਵਾਲਾ ਹੋ ਗਿਆ। ਉਹਨੂੰ ਪਰਮਾਤਮਾ ਦੇ ਦਰਸ਼ਨ ਹੋਏ, ਪਰਮਾਤਮਾ ਵਿੱਚ ਅਭੇਦਤਾ ਮਿਲ ਗਈ। ਜਿਨ ਸੇਵਿਆ ਤਿਨ ਪਾਇਆ ਮਾਣ। ਗੁਰੂ ਸਾਹਿਬ ਕਹਿੰਦੇ ਜਿਸ ਨੀਚ ਕੋ ਕੋਈ ਨਾ ਜਾਣੇ। ਜਿਹਨੂੰ ਕੋਈ ਨਹੀਂ ਜਾਣਦਾ ਸੰਸਾਰ ਤੇ, ਲੋਕ ਨਫ਼ਰਤ ਕਰਦੇ ਨੇ, ਅਪਮਾਨ ਕਰਦੇ, ਨਿਰਾਦਰ ਕਰਦੇ ਨੇ। ਸਤਿਗੁਰੂ ਜੀ ਕਹਿੰਦੇ ਜਦੋਂ ਨਾਮ ਜਪਣ ਲੱਗ ਜਾਂਦਾ, ਨਾਮ ਜਪਤ ਉਹ 4 ਕੁੰਟ ਮਾਨੇ। ਉਹਨੂੰ ਚਾਰੇ ਦਿਸ਼ਾਵਾਂ ਦੇ ਵਿੱਚ ਲੋਕ ਜਾਣਨ ਲੱਗ ਜਾਂਦੇ ਨੇ। ਜਦੋਂ ਕੋਈ ਨਾਮ ਨਾਲ ਜੁੜਦਾ ਹੈ, ਪਰਮਾਤਮਾ ਦਾ ਸਿਮਰਨ ਕਰਦਾ ਹੈ, ਗੁਰੂ ਸਾਹਿਬ ਜੀ ਕਹਿੰਦੇ ਉਹਨੂੰ ਪਰਮਾਤਮਾ ਮਾਣ ਸਤਿਕਾਰ ਬਖਸ਼ਿਸ਼ ਕਰ ਦਿੰਦਾ। ਜਿਨ ਸੇਵਿਆ ਤਿਨ ਪਾਇਆ ਮਾਣ। ਨਾਨਕ ਗਾਵੀਐ ਗੁਣੀ ਦੀ ਨਿਧਾਨ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਪਦੇਸ਼ ਕਰਕੇ ਕਹਿਣ ਲੱਗੇ, ਭਾਈ ਉਸ ਗੁਣਾਂ ਦੇ ਖਜ਼ਾਨੇ ਪਰਿਪੂਰਨ ਪਰਮਾਤਮਾ ਦੇ ਗੁਣ ਗਾਇਆ ਕਰ, ਉਹਦਾ ਸਿਮਰਨ ਕਰ। ਤੇ ਸਤਿਗੁਰੂ ਜੀ ਕਹਿੰਦੇ ਨੇ ਗਾਵੀਐ ਸੁਣੀਐ ਮਨ ਰੱਖੀਐ ਭਾਓ। ਉਸ ਪਰਮਾਤਮਾ ਦੇ ਗੁਣ ਗਾ, ਉਹਦੀ ਸਿਫਤ ਸਲਾਹ ਸੁਣ, ਉਹਦੇ ਪਰਮਾਤਮਾ ਦੇ ਨਾਲ ਪਿਆਰ ਕਰ। ਸਤਿਗੁਰੂ ਜੀ ਕਹਿੰਦੇ ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਤੂੰ ਆਪਣੇ ਦੁੱਖ ਤਿਆਗ ਕੇ,
ਦੁੱਖ ਛੱਡ ਕੇ ਸੁੱਖ ਘਰ ਵਿੱਚ ਲੈ ਕੇ ਜਾਏਗਾ ਜਦੋਂ ਤੂੰ ਪਰਮਾਤਮਾ ਉਸ ਦਾਤੇ ਦੇ ਨਾਮ ਨੂੰ ਜਪੇਗਾ। ਫਿਰ ਗੁਰੂ ਸਾਹਿਬ ਜੀ ਕਹਿੰਦੇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ। ਉਹ ਪਰਿਪੂਰਨ ਪਰਮਾਤਮਾ ਮਿਲਦਾ ਕਿਵੇਂ ਹੈ? ਸਤਿਗੁਰੂ ਜੀ ਕਹਿੰਦੇ ਗੁਰੂ ਦੇ ਸ਼ਬਦ ਰਾਹੀਂ ਉਸ ਪਰਿਪੂਰਨ ਪਰਮਾਤਮਾ ਦੇ ਨਾਮ ਦੀ ਦਾਤ ਮਿਲਦੀ ਹੈ। ਗੁਰਮੁਖ ਨਾਦੰਗ, ਨਾਦੰਗ ਤੋਂ ਭਾਵ ਹੈ ਆਵਾਜ਼, ਆਵਾਜ਼ ਤੋਂ ਭਾਵ ਹੈ ਸ਼ਬਦ, ਸ਼ਬਦ ਦੇ ਅਰਥ ਗੁਰਮੁਖਾਂ ਵਿਦਵਾਨਾਂ ਨੇ ਕੀਤੇ ਨਾਮ। ਜਿਹੜਾ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ ਉਹਨੂੰ ਹੀ ਪਰਮਾਤਮਾ ਦਾ ਨਾਮ ਮਿਲਦਾ ਹੈ। ਤੇ ਦੂਸਰਾ ਸ਼ਬਦ ਹੈ ਵੇਦੰਗ। ਵੇਦੰਗ ਦਾ ਅਰਥ ਹੈ ਧਾਰਮਿਕ ਗ੍ਰੰਥ। ਧਾਰਮਿਕ ਗ੍ਰੰਥਾਂ ਤੋਂ ਭਾਵ ਹੈ ਗਿਆਨ ਦੇ ਗ੍ਰੰਥ। ਇਹਦਾ ਭਾਵ ਹੈ ਪਰਮਾਤਮਾ ਦਾ ਤਤ ਗਿਆਨ। ਸਤਿਗੁਰੂ ਜੀ ਕਹਿੰਦੇ ਉਹਨੂੰ ਹੀ ਨਾਮ ਤੇ ਗਿਆਨ ਦੀ ਦਾਤ ਮਿਲਦੀ ਹੈ ਜਿਹੜਾ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ। ਤੇ ਗੁਰੂ ਦੇ ਰਾਹੀਂ ਇਹ ਅਹਿਸਾਸ ਅਨੁਭਵ ਹੁੰਦਾ ਹੈ ਕਿ ਉਹ ਪਰਿਪੂਰਨ ਪਰਮਾਤਮਾ ਸਾਰੇ ਥਾਵਾਂ 'ਤੇ ਸਮਾਇਆ ਹੋਇਆ ਹੈ। ਗੁਰੂ ਜੀ ਕਹਿੰਦੇ ਗੁਰ ਈਸਰ ਗੁਰ ਗੋਰਖ ਬਰਮਾ ਗੁਰ। ਲੋਕਾਂ ਨੇ 3 ਦੇਵਤੇ ਮੰਨ ਕੇ ਉਹਨਾਂ ਦੀ ਪੂਜਾ ਕੀਤੀ। ਕੋਈ ਬ੍ਰਹਮਾ ਨੂੰ ਪੂਜਦਾ, ਕੋਈ ਸ਼ਿਵ ਜੀ ਨੂੰ ਪੂਜਦਾ, ਕੋਈ ਵਿਸ਼ਨੂੰ ਨੂੰ ਪੂਜਦਾ, ਕੋਈ ਪਾਰਬਤੀ ਮਾਤਾ ਦੀ ਪੂਜਾ ਕਰਦਾ, ਕੋਈ ਲక్ష్ਮੀ ਪੂਜਦਾ, ਕੋਈ ਕਿਸੇ ਦੀ ਪੂਜਾ ਕਰਦਾ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਮੇਰਾ ਗੁਰੂ ਹੀ ਮੇਰੇ ਵਾਸਤੇ ਬ੍ਰਹਮਾ ਹੈ, ਮੇਰਾ ਗੁਰੂ ਹੀ ਮੇਰੇ ਵਾਸਤੇ ਵਿਸ਼ਨੂੰ ਹੈ, ਮੇਰਾ ਗੁਰੂ ਹੀ ਮੇਰੇ ਵਾਸਤੇ ਸ਼ਿਵ ਜੀ ਹੈ ਤੇ ਮੇਰਾ ਗੁਰੂ ਹੀ ਮੇਰੇ ਵਾਸਤੇ ਪਾਰਬਤੀ ਮਾਈ ਹੈ। ਮੈਂ ਕੇਵਲ ਆਪਣੇ ਗੁਰੂ ਦੀ ਪੂਜਾ ਕਰਦਾ ਹਾਂ। ਮੈਂ ਗੁਰੂ ਨੂੰ ਛੱਡ ਕੇ ਹੋਰ ਕਿਸੇ ਦੇ ਅੱਗੇ ਮੱਥਾ ਨਹੀਂ ਟੇਕਦਾ। ਸਤਿਗੁਰੂ ਜੀ ਕਹਿੰਦੇ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਤੇ ਉਸ ਵੇਲੇ ਗੁਰੂ ਸਾਹਿਬ ਜੀ ਦੇ ਸਾਹਮਣੇ ਇੱਕ ਪ੍ਰਸ਼ਨ ਉੱਠਦਾ ਹੈ ਕਿ ਜਿਸ ਪਰਮਾਤਮਾ ਦੇ ਤੁਸੀਂ ਇੰਨੇ ਗੁਣ ਗਾਉਂਦੇ ਹੋ ਉਸ ਪਰਮਾਤਮਾ ਦਾ ਕੋਈ ਹੋਰ ਸਾਨੂੰ ਰੂਪ ਬਿਆਨ ਕਰਕੇ ਦੱਸੋ। ਤੇ ਸਤਿਗੁਰੂ ਕਹਿਣ ਲੱਗੇ ਜੇ ਖਾਉ ਜਾਣਾ ਆਖਾਂ ਨਾਹੀਂ ਭਾਈ। ਜੇ ਮੈਂ ਉਸ ਪਰਿਪੂਰਨ ਪਰਮਾਤਮਾ ਦੇ ਗੁਣਾਂ ਨੂੰ, ਉਹਦੇ ਵਿਸਥਾਰ, ਉਹਦੀ ਬੇਅੰਤਤਾਈ ਨੂੰ ਜਾਣ ਵੀ ਲਵਾਂ ਤੇ ਸਤਿਗੁਰੂ ਕਹਿੰਦੇ ਮੈਂ ਬਿਆਨ ਨਹੀਂ ਕਰ ਸਕਦਾ। ਪੁੱਛਿਆ ਕਿਉਂ? ਸਤਿਗੁਰੂ ਜੀ ਕਹਿੰਦੇ ਇਸ ਕਰਕੇ ਕਿਉਂਕਿ ਕਹਿਣਾ ਕਥਨ ਨਾ ਜਾਈ। ਉਹ ਪਰਮਾਤਮਾ ਕਹਿਣੀ ਕਥਨੀ ਤੋਂ ਬਾਹਰ ਹੈ, ਉਹ ਬੇਅੰਤ ਹੈ। ਗੁਰੂ ਸਾਹਿਬ ਕਹਿੰਦੇ ਨੇ ਜਿਹਵਾ ਏਕ ਕਵਣ ਗੁਣ ਕਹੀਏ। ਇੱਕ ਜੀਭਾ ਦੇ ਨਾਲ ਉਹਦੇ ਕਿਹੜੇ ਕਿਹੜੇ ਗੁਣ ਬਿਆਨ ਕਰਾਂਗੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇ ਖਾਉ ਜਾਣਾ ਆਖਾ ਨਾਹੀਂ ਕਹਿਣਾ ਕਥਨ ਨਾ ਜਾਈ। ਅਗਲੇ ਬਚਨ ਵਿੱਚ ਗੁਰੂ ਸਾਹਿਬ ਜੀ ਨੇ ਉਸ ਪਰਮਾਤਮਾ ਅੱਗੇ ਇੱਕ ਤਰਲਾ ਲੈ ਕੇ ਬੇਨਤੀ ਕੀਤੀ, ਗੁਰਾ ਇੱਕ ਦੇਹ ਬੁਝਾਈ। ਹੇ ਪਰਿਪੂਰਨ ਪਰਮਾਤਮਾ ਮੇਰੇ ਗੁਰੂ ਜੀ, ਮੈਨੂੰ ਇੱਕ ਗੱਲ ਚੰਗੀ ਤਰ੍ਹਾਂ ਮੇਰੇ ਮਨ ਵਿੱਚ ਸਮਝਾ ਦਿਓ ਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਕਿ ਸਾਰੀਆਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਦਾਤਾ ਕੇਵਲ ਇੱਕ ਪਰਿਪੂਰਨ ਪਰਮਾਤਮਾ ਹੈ। ਉਹ ਮੇਰੇ ਮਨ ਦੇ ਵਿੱਚੋਂ ਕਿਤੇ ਵਿਸਰ ਨਾ ਜਾਏ। ਮੈਂ ਉਸ ਦਾਤੇ ਨੂੰ ਛੱਡ ਕੇ ਕਿਸੇ ਹੋਰ ਦੇ ਪਿੱਛੇ ਨਾ ਪਵਾਂ, ਕਿਸੇ ਹੋਰ ਨੂੰ ਆਪਣਾ ਦਾਤਾ ਨਾ ਮੰਨ ਲਵਾਂ। ਮੇਰੇ ਮਨ ਵਿੱਚ ਇੱਕ ਗੱਲ ਪੱਕੀ ਤਰ੍ਹਾਂ ਬਿਠਾ ਦਿਓ ਕਿ ਦਾਤਾਂ ਦੇਣ ਵਾਲਾ ਦਾਤਾ ਕੇਵਲ ਇੱਕ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਟੋਟ ਨਾ ਆਵਈ। ਅਗਣਤ ਭਰੇ ਭੰਡਾਰ। ਉਹਨੂੰ ਦਾਤਾਂ ਦਿੰਦਿਆਂ ਕਦੇ ਸਤਿਗੁਰੂ ਕਹਿੰਦੇ ਤੋਟ ਨਹੀਂ ਆਉਂਦੀ। ਉਹਦੇ ਅਣਗਿਣਤ ਭੰਡਾਰੇ ਭਰੇ ਪਏ ਨੇ। ਤੇ ਅਗਲੇ ਬਚਨ ਵਿੱਚ ਗੁਰੂ ਜੀ ਕਹਿੰਦੇ ਦੇਣਹਾਰ ਸਦ ਜੀਵਨ ਹਾਰਾ। ਉਹ ਦਾਤਾਂ ਦੇਣ ਵਾਲਾ ਦਾਤਾ ਸਦਾ ਹੀ ਜਿਉਂਦਾ ਹੈ। ਦੁਨੀਆ 'ਤੇ ਬੜੇ ਬੜੇ ਐਸੇ ਆਪਣੇ ਆਪ ਨੂੰ ਦਾਤੇ ਸਮਝਣ ਵਾਲੇ ਲੋਕ ਪੈਦਾ ਹੋਏ ਜਿਹੜੇ ਕੱਲ੍ਹ ਦਾਤੇ ਬਣਦੇ ਸੀ, ਅੱਜ ਉਹਨਾਂ ਦਾ ਕੋਈ ਨਾਮ ਵੀ ਨਹੀਂ ਜਾਣਦਾ ਸਾਧ ਸੰਗਤ। ਕੱਲ੍ਹ ਜਿਹੜੇ ਆਪਣੇ ਆਪ ਨੂੰ ਦਾਤੇ ਮੰਨਦੇ ਸੀ, ਅੱਜ ਉਹਨਾਂ ਦਾ ਦੁਨੀਆ 'ਤੇ ਨਾਮੋ ਨਿਸ਼ਾਨ ਨਹੀਂ ਹੈ। ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜੇ ਦਾਤੇ ਦੇ ਨਾਲ ਤੈਨੂੰ ਅਸੀਂ ਜੋੜ ਕੇ ਗਏ ਹਨ, ਉਹ ਦੇਣਹਾਰ ਸਦ ਜੀਵਨ ਹਾਰਾ, ਉਹ ਸਦਾ ਜਿਉਂਦਾ ਹੈ। ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਇੱਕ ਬਚਨ ਆਖਿਆ। ਸਤਿਗੁਰੂ ਜੀ ਕਹਿੰਦੇ ਨੇ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਉਸ ਪਰਮਾਤਮਾ ਦੀਆਂ ਇਹ ਵਡਿਆਈਆਂ ਨੇ, ਉਹਦੇ ਇਹ ਗੁਣ ਨੇ, ਉਹਦੀ ਇਹ ਮਹਿਮਾ ਹੈ ਕਿ ਉਹ ਪਰਮਾਤਮਾ ਜੀਵਾਂ ਨੂੰ ਬੇਅੰਤ ਦਾਤਾਂ ਦੇ ਰਿਹਾ ਹੈ। ਪਰ ਉਸ ਪਰਿਪੂਰਨ ਪਰਮਾਤਮਾ ਨੇ ਦਾਤਾਂ ਦੇ ਕੇ ਕਦੇ ਪਛਤਾਵਾ ਨਹੀਂ ਕੀਤਾ ਕਿ ਮੈਂ ਆਹ ਦਾਤ ਇਸ ਬੰਦੇ ਨੂੰ ਕਾਹਨੂੰ ਦਿੱਤੀ, ਨਾ ਦਿੰਦਾ ਤੇ ਚੰਗਾ ਸੀ।
क्योंकि दुनिया ते बड़े ऐसे भी लोग ने जिहड़े अज रब की होंद तो ही इनकारी हो चुके हैं। कुछ ऐसे लोग ने जिहड़े रब नूं बुरा भला कहते हैं, कई मंदी शब्दावली भैड़ी शब्दावली बोलते हैं कि परमात्मा रब नाम की कोई चीज़ नहीं। पर ऐसा नहीं है कि उन्होंने परमात्मा ने दातां देनियां बंद कर दित्तियां, सगों इदां दे लोकां नूं ते परमात्मा दूनियां दातां दिंदा जी। क्यों? ਉਹਦੇ मन में कोई ईर्खा नहीं, क्योंकि वो निर्वैर है, वो किसी नाल वैर नहीं करता। वो गुरु ग्रंथ ਸਾਹਿਬ सच्चे पातशाह जी कहते हर एक नूं प्यार करता है, इस करके वो सारिਆਂ नूं बराबर दातां वंडदा है। ਉਹ दातां दे के पछताउंदा नहीं। पर जे तुसी दुनियावी लोकां वल वेखोगे ਜਿਹੜੇ दुनिया ते अपने आप नूं दाते कहाउंदे सी, एक बार तो दुआ करके किसी नूं कोई उन्हां दी दुआ पूरी हो जाती है तो वो कोई दात मिल जाती है, बदले च कुछ वो जदों कुछ मंगते हैं उन्हां नूं ना मिले तो लोकां नूं शराप देण तुर पैंदे ने कि मैं तेरी खातर अरदास दुआ की, मैं तैनूं दात दित्ती ते बदले च तू मैनूं मेरी मन की भावना अनुसार भेटा नहीं दे रहा। उल्टा वो दुनिया नूं उन्हां मंगण वालियां नूं नाश करन दीयां गल्लां करन लग जांदे ने। धन गुरु नानक देव सच्चे पातशाह सतगुरु जी सियालकोट की धरती ते गए। सियालकोट की धरती ते एक फकीर रहिंदा है जिस दा नाम हमजा गौस है। इस सियालकोट की धरती ते एक सेठ रहिंदा है, उस सेठ का नाम है गीगा। गीगा सेठ के घर कोई औलाद नहीं सी। इन्हें उस फकीर हमजा गौस के अगे जाके तरला लिया कि मेरी खातर खुदा अगे दुआ करो कि मैनू पुत्र की दात मिल जाए। हमजा गौस कहता कि मैं तेरी खातर दुआ कराँगा, तेनू पुत्र की दात मिलेगी, पर मेरे नाल वादा कर कि जे तैनू पुत्र की जदों दात मिलेगी तो जो मैं मंगांगा तू मेरी मंग पूरी करेगा, जो मैं मंगांगा तू मैनू देगा। वो गीगा सेठ कहता कि ठीक है, मेरा वादा रहा, जदों मैनू पुत्र की दात मिलेगी जो तुसी मंगोगे मैं तुहानू दे देंगा। कहते हमजा गौस ने दुआ की, समा पा के उस गीगा नाम के सेठ के घर 2 पुत्रां ने जन्म लिया। फकीर हमजा गौस जदों पुत्र कुछ जवान होए, किशोर अवस्था दे विच आए ने, तो हमजा गौस गीगा सेठ के घर जाता है। उन्होंने कहता कि मैं तेरी खातर दुआ की सी, मैं तैनू पुत्र की दात दिती है, हुण मेरे मन की भावना अनुसार तू मैनू भी दे, जो मैं मंगदा वो मैनू देना कर। गीगा सेठ कहता दसो तुसी की मंगदे हो? तो हमजा गौस कहता तू एक पुत्र मैनू दे दे, मैं तेरा एक पुत्र लैके जाना चाहुंदा, मैनू अपना चेला बनावांगा। तो गीगा सेठ कहता फकीर जी दुनियावी पदार्थ मंगो, धन दौलत मंगो, जो मंगोगे मैं देने लई तैयार हाँ, पर पुत्र नहीं दे सकदा, मैं पुत्र तुहानू नहीं देवांगा। हमजा गौस कहते तू मेरे नाल वादा कीता जो मंगांगा देंगा। तो गीगा सेठ कहते वादा जरूर किया, पर दुनियावी पदार्थ मंगो जरूर देंगा। हमजा गौस नाराज़ हो गया। ਉਹਦੇ मन में एक गल बैठ गई कि सियालकोट शहर झूठियां का शहर है, इत्थे वादा करन वाले मुक्कर जाते ने। इस करके उन्हें एक मन दे विच प्रण किया कि मैं सियालकोट शहर तबाह कर देना, इहदा इस शहर नूं गर्क कर देना। तो इतिहास कहते उस हमजा गौस पीर ने एक कमरे विच वड़ के दरवाज़ा बंद कर लिया। कहता मैं चलीहा कटना, 40 दिन कोई मंत्र का जाप करांगा तो 41वें दिन सियालकोट शहर तबाह हो जाएगा। धन गुरु नानक देव सच्चे पातशाह सियालकोट गए। सतगुरु जी नूं पता लग्या कि हमजा गौस ने आ जिहड़ा मन विच प्रण किया होया है वो चलीहा कट रहे। सतगुरु इहदे डेरे विच गए, इहदे चेलियां नूं आख्या कि असीं हमजा गौस नूं मिलना है, पर उन्हां मना कर दिता कि पीर जी चलीहा कट रहे ने, नहीं मिल सकते, रहो विचार। सतगुरु जी वापस आ गए। पिंडों बार सियालकोट नगर के बाहर सतगुरु जी दरखत की छां थल्ले बैठे ने। कहते ने जदों शामां पईयां, जिस कमरे विच ये हमजा गौस पीर बैठा सी, कहते ने शामां वेले उस शहर उस कमरे का जिहड़ी छत फट गई। हमजा गौस डरदा घबराया होया दरवाज़ा खोल के बाहर निकलिया। भाई वीर सिंह जी ने श्री गुरु नानक चमत्कार दे विच इस घटना का जिक्र किया है। कहते हमजा गौस बाहर आया, गुरु नानक उहदे अपने चेलियां नूं पुछया,
ਚੇਲੇ ਕਹਿੰਦੇ ਇੱਥੇ ਇੱਕ ਫਕੀਰ ਆਇਆ ਸੀ ਜਿਹੜਾ ਤੁਹਾਨੂੰ ਮਿਲਣਾ ਚਾਹੁੰਦਾ ਸੀ, ਪਰ ਅਸੀਂ ਮਿਲਣ ਨਹੀਂ ਦਿੱਤਾ। ਹਮਜ਼ਾ ਗੌਸ ਪੁੱਛਦੇ ਕਿੱਥੇ ਗਏ? ਕਹਿੰਦੇ ਜੀ ਸ਼ਾਇਦ ਨਗਰੋਂ ਬਾਰ-ਬਾਰ ਕਿਤੇ ਮਿਲਣਗੇ। ਹਮਜ਼ਾ ਗੌਸ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਇਆ, ਸਤਿਗੁਰੂ ਜੀ ਦੇ ਚਰਨਾਂ 'ਤੇ ਨਮਸਕਾਰ ਕੀਤੀ। ਕੁਝ ਸਮਾਂ ਬਚਨ ਵਿਲਾਸ ਕਰਦਾ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਫਕੀਰ ਜੀ ਸੁਣਿਆ ਤੁਸੀਂ ਸਿਆਲਕੋਟ ਸ਼ਹਿਰ ਤਬਾਹ ਕਰ ਦੇਣਾ ਚਾਹੁੰਦੇ ਹੋ। ਤੇ ਹਮਜ਼ਾ ਗੌਸ ਕਹਿਣ ਲੱਗਿਆ, ਜੀ ਇਹ ਨਗਰ, ਇਹ ਸ਼ਹਿਰ ਝੂਠਿਆਂ ਦਾ ਸ਼ਹਿਰ ਹੈ। ਇੱਥੇ ਝੂਠੇ ਲੋਕ ਵੱਸਦੇ ਨੇ, ਵਾਅਦਾ ਕਰਕੇ ਮੁੱਕਰ ਜਾਂਦੇ ਨੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ, ਪੀਰ ਜੀ ਇਹ ਕਿਵੇਂ ਹੋ ਸਕਦਾ ਹੈ ਕਿ ਪੂਰਾ ਸ਼ਹਿਰ ਝੂਠਿਆਂ ਦਾ ਹੋਵੇ? ਫਕੀਰ ਕਹਿੰਦਾ ਸ਼ਹਿਰ ਝੂਠਿਆਂ ਦਾ। ਤੇ ਗੁਰੂ ਨਾਨਕ ਸਾਹਿਬ ਨੇ ਇਤਿਹਾਸ ਕਹਿੰਦਾ ਭਾਈ ਮਰਦਾਨਾ ਜੀ ਨੂੰ 2 ਟਕੇ ਦੇ ਕੇ ਆਖਿਆ ਕਿ ਸਿਆਲਕੋਟ ਦੇ ਬਾਜ਼ਾਰ ਵਿੱਚ ਜਾ ਕੇ 1 ਟਕੇ ਦਾ ਝੂਠ ਤੇ 1 ਦਾ ਸੱਚ ਖਰੀਦ ਕੇ ਲਿਆਓ। ਭਾਈ ਮਰਦਾਨਾ ਬਾਜ਼ਾਰ ਵਿੱਚ ਗਿਆ, ਦੁਕਾਨਾਂ 'ਤੇ ਇਹ ਪੁੱਛਦਾ ਫਿਰਦਾ, ਭਾਈ ਮੈਨੂੰ ਸੱਚ ਝੂਠ ਦੇ ਦਿਓ। ਦੁਕਾਨਦਾਰ ਮਜ਼ਾਕ ਕਰਦੇ ਨੇ, ਕੋਈ ਸੱਚ ਝੂਠ ਨਾਮ ਦਾ ਵਪਾਰ ਨਹੀਂ, ਕੋਈ ਸੌਦਾ ਨਹੀਂ ਹੈ, ਰੋ ਵਿਚਾਰ। ਭਾਈ ਮਰਦਾਨਾ ਜੀ ਚੱਲਦੇ ਚੱਲਦੇ ਇੱਕ ਦੁਕਾਨ 'ਤੇ ਪਹੁੰਚੇ ਨੇ। ਉਸ ਦੁਕਾਨ ਦਾ ਮਾਲਕ, ਜਿਹਦਾ ਨਾਮ ਇਤਿਹਾਸ ਵਿੱਚ ਮੂਲਾ ਖੱਤਰੀ ਲਿਖਿਆ, ਉਹਨੂੰ ਭਾਈ ਮਰਦਾਨਾ ਜੀ ਕਹਿੰਦੇ ਨੇ ਆ ਪੈਸੇ ਲੈ ਲਓ ਤੇ ਮੈਨੂੰ ਸੱਚ ਤੇ ਝੂਠ ਦੇ ਦਿਓ। ਇਤਿਹਾਸ ਕਹਿੰਦੇ ਉਸ ਖੱਤਰੀ, ਉਸ ਮੂਲੇ ਨੇ ਪੈਸੇ ਲੈ ਕੇ ਗੱਲੇ ਵਿੱਚ ਰੱਖ ਲਏ ਤੇ 2 ਕਾਗਜ਼ ਭਾਈ ਮਰਦਾਨੇ ਨੂੰ ਕੁਝ ਲਿਖ ਕੇ ਦੇ ਦਿੱਤੇ। ਭਾਈ ਮਰਦਾਨਾ ਕਾਗਜ਼ ਲੈ ਕੇ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਆਇਆ। ਉਹ ਕਾਗਜ਼ ਗੁਰੂ ਸਾਹਿਬ ਜੀ ਨੂੰ ਦੇ ਦਿੱਤੇ। ਗੁਰੂ ਸਾਹਿਬ ਜੀ ਨੇ ਕਾਗਜ਼ ਹਮਜ਼ਾ ਗੌਸ ਨੂੰ ਫੜਾ ਦਿੱਤੇ। ਹਮਜ਼ਾ ਗੌਸ ਪੜ੍ਹਦਾ, ਸਤਿਗੁਰੂ ਕਹਿੰਦੇ ਕੀ ਲਿਖਿਆ? ਹਮਜ਼ਾ ਗੌਸ ਕਹਿੰਦਾ ਜੀ ਇੱਕ ਤੇ ਲਿਖਿਆ ਕਿ ਜਿਉਣਾ ਝੂਠ ਹੈ, ਦੂਸਰੇ ਤੇ ਲਿਖਿਆ ਮਰਨਾ ਸੱਚ ਹੈ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜਾ ਇਹ ਲਿਖ ਰਿਹਾ ਹੈ ਕਿ ਜਿਉਣਾ ਝੂਠ ਤੇ ਮਰਨਾ ਸੱਚ, ਕੀ ਉਹ ਝੂਠ ਬੋਲ ਰਿਹਾ ਹੈ? ਹਮਜ਼ਾ ਗੌਸ ਕਹਿੰਦਾ ਜੀ ਬਿਲਕੁਲ ਨਹੀਂ, ਉਹ ਤੇ ਸੱਚ ਬੋਲਦਾ ਪਿਆ। ਤੇ ਸਤਿਗੁਰੂ ਕਹਿੰਦੇ ਫਿਰ ਤੁਸੀਂ ਕਿਵੇਂ ਪ੍ਰਣ ਕਰ ਲਿਆ ਕਿ ਸਿਆਲਕੋਟ ਝੂਠਿਆਂ ਦਾ ਸ਼ਹਿਰ ਹੈ, ਤਬਾਹ ਕਰ ਦੇਣਾ? ਪੀਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਗੁਰੂ ਸਾਹਿਬ ਕਹਿਣ ਲੱਗੇ, ਪੀਰ ਜੀ ਇਸ ਸੰਸਾਰ 'ਤੇ ਤੁਸੀਂ ਤੇ 1 ਸੇਠ ਦੀ ਖਾਤਰ ਦੁਆ ਕੀਤੀ, ਪਰ ਉਹ ਪਰਿਪੂਰਨ ਪਰਮਾਤਮਾ ਜੀਵਾਂ ਨੂੰ ਬੇਅੰਤ ਦਾਤਾਂ ਦਿੰਦਾ ਹੈ। ਪਰ ਸਤਿਗੁਰੂ ਜੀ ਕਹਿੰਦੇ ਕੇਤੇ ਲੈ ਲੈ ਮੁੱਕਰ ਪਾਏ। ਬੇਅੰਤ ਲੋਕ ਨੇ ਜਿਹੜੇ ਉਹਦੇ ਕੋਲੋਂ ਦਾਤਾਂ ਤੇ ਲੈ ਲੈਂਦੇ ਨੇ, ਫਿਰ ਮੁੱਕਰ ਜਾਂਦੇ ਨੇ, ਕਦੇ ਉਹਦਾ ਸ਼ੁਕਰਾਨਾ ਹੀ ਨਹੀਂ ਕਰਦੇ ਕਿ ਪ੍ਰਮਾਤਮਾ ਨੇ ਸਾਨੂੰ ਦਾਤਾਂ ਦਿੱਤੀਆਂ, ਕਿਤੇ ਉਹਦਾ ਬਹਿ ਕੇ ਸ਼ੁਕਰਾਨਾ ਕਰੀਏ, ਉਹਦੇ ਨਾਮ ਨੂੰ ਜਪੀਏ, ਘੜੀ 2 ਘੜੀਆਂ ਸੰਗਤ ਵਿੱਚ ਆ ਕੇ ਉਹਦੇ ਧੰਨਵਾਦ ਵਿੱਚ ਜੁੜ ਜਾਈਏ ਕਿ ਪ੍ਰਮਾਤਮਾ ਤੂੰ ਸਾਨੂੰ ਇੰਨੀਆਂ ਦਾਤਾਂ ਦੇ ਕੇ ਨਿਵਾਜਿਆ। ਗੀਗੇ ਸੇਠ ਨੂੰ ਸੱਦ ਕੇ ਸਤਿਗੁਰੂ ਨੇ ਸਮਝਾਇਆ, ਜਿਹੜਾ ਫਕੀਰਾਂ ਨਾਲ ਬਚਨ ਕਰੀਏ ਉਹਦੇ ਤੇ ਪੂਰੇ ਉਤਰੀਦਾ, ਕਦੇ ਫਕੀਰਾਂ ਨਾਲ ਬਚਨ ਕਰਕੇ ਮੁੱਕਰੀਦਾ ਨਹੀਂ। ਰੋ ਵਿਚਾਰ ਐਸੇ ਹਮਜ਼ਾ ਗੌਸ ਵਰਗੇ ਬੇਅੰਤ ਪੀਰ ਅੱਜ ਵੀ ਤੁਹਾਨੂੰ ਪਿੰਡਾਂ ਦੀਆਂ ਗਲੀਆਂ ਵਿੱਚ, ਘਰਾਂ ਵਿੱਚ ਜਿਹੜੇ ਮੜੀਆਂ ਬਣਾ ਬਣਾ ਕੇ, ਦਰਗਾਹਾਂ ਬਣਾ ਬਣਾ ਕੇ ਬੈਠੇ ਮਿਲਣਗੇ, ਜਿਹੜੇ ਆਪਣੇ ਆਪ ਨੂੰ ਦਾਤੇ ਮੰਨੀ ਬੈਠੇ ਨੇ ਕਿ ਅਸੀਂ ਦਾਤਾਂ ਲੋਕਾਂ ਨੂੰ ਦਿੰਦੇ ਪਏ ਹਾਂ। ਕੁਝ ਕੁ ਭਰਮੇ ਹੋਏ, ਭਟਕੇ ਹੋਏ ਲੋਕ, ਮੂਰਖਤਾ ਕਹਿ ਲਓ, ਭਰਮ ਕਹਿ ਲਓ, ਅਣਜਾਣਪੁਣਾ ਕਹਿ ਲਓ, ਉਹਨਾਂ ਲੋਕਾਂ ਦੇ ਨਾਲ ਜੁੜ ਜਾਂਦੇ ਨੇ, ਉਹਨਾਂ ਦੇ ਅੱਗੇ ਆ ਕੇ ਮੱਥੇ ਟੇਕਦੇ ਨੇ, ਭੇਟਾਵਾਂ ਚੜਾਉਂਦੇ ਨੇ। ਪਰ ਬੇਨਤੀ ਕਰਾਂ, ਅਸਲ ਵਿੱਚ ਜੇ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਝ ਜਾਂਦੇ ਕਿ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨ ਖਾਰ, ਜਿਸ ਗੱਲ ਨੂੰ ਸਮਝ ਜਾਂਦੇ ਕਿ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਫਿਰ ਉਹ ਦਰ ਦਰ 'ਤੇ ਭਟਕਦੇ ਨਾ, ਉਹ ਇੱਕ ਪਰਿਪੂਰਨ ਪਰਮਾਤਮਾ ਦੇ ਅੱਗੇ ਆ ਕੇ ਤਰਲਾ ਲੈਂਦੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਹਿੰਦੇ ਦਾਤਾਂ ਦੇਣ ਵਾਲਾ ਇੱਕ ਪਰਮਾਤਮਾ ਹੈ। ਸਤਿਗੁਰੂ ਜੀ ਕਹਿੰਦੇ ਨੇ ਪਰਮਾਤਮਾ ਜਿਹੜੇ ਤੇਰੇ ਪਿਆਰ ਵਾਲੇ ਭਗਤ ਨੇ, ਉਹਨਾਂ ਦੇ ਜੀਵਨ ਦੀ ਅਵਸਥਾ ਇਹ ਹੈ ਕਿ ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ ਪ੍ਰਮਾਤਮਾ, ਤੂੰ ਹੀ ਸਾਰਿਆਂ ਨੂੰ ਦਾਤਾ ਦੇਣ ਵਾਲਾ ਦਾਤਾ ਹੈ। ਤੇ ਅਸਲ ਵਿੱਚ ਜਿੰਨੇ ਜੀਵ ਖਾ ਰਹੇ ਨੇ, ਹੰਢਾ ਰਹੇ ਨੇ, ਸੁੱਖ ਭੋਗਦੇ ਨੇ, ਇਹ ਸਾਰੇ ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸੁੱਖ ਪੇ ਮਾਣਦੇ ਨੇ। ਭਗਤ ਜਨਾ ਕੈ ਸੰਗ ਪਾਪ ਗਵਾਵਣਾ। ਹੁਣ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉੱਪਰ 3 ਪੰਕਤੀਆਂ ਕਹਿ ਕੇ ਭਗਤ ਦੀ ਅਵਸਥਾ ਬਿਆਨ ਕਰਦੇ ਨੇ। ਪਹਿਲੇ ਬਚਨ ਵਿੱਚ ਸਤਿਗੁਰੂ ਜੀ ਨੇ ਕਿਹਾ ਕਿ ਭਗਤ ਦੀ ਅਵਸਥਾ ਇਹ ਹੈ ਕਿ ਰੈਣ ਦਿਨ ਪ੍ਰਭਾਤ ਤੂੰ ਹੈ ਹੀ ਗਾਵਣਾ, ਉਹ ਰਾਤ ਦਿਨ ਅੰਮ੍ਰਿਤ ਵੇਲੇ ਹਰ ਵੇਲੇ ਤੇਰਾ ਭਜਨ ਕਰਦੇ ਨੇ।
दूसरे बचन ਵਿੱਚ ਆਖਿਆ ਜੀ ਜੰਤ ਸਰਬੱਤ ਨਾਉ ਤੇਰਾ ਧਿਆਵਨਾ, ਕਿ ਭਗਤ ਦੀ ਅਵਸਥਾ ਉਹਨੂੰ ਹਰ ਜੀਵ ਜੰਤੂ ਦਾ ਬੋਲ, ਇੱਥੋਂ ਤੱਕ ਕਿ ਨਿਰਜੀਵ ਚੀਜ਼ਾਂ ਦੀ ਆਵਾਜ਼ ਵੀ ਉਸ ਪਰਿਪੂਰਨ ਪਰਮਾਤਮਾ ਦੇ ਗੁਣ ਸੁਣਦੇ ਨੇ। ਤੀਸਰੇ ਬਚਨ ਵਿੱਚ ਆਖਿਆ ਭਗਤ ਕਹਿੰਦਾ ਪਰਮਾਤਮਾ ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ। ਚੌਥੀ ਪੰਕਤੀ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਅਸਲ ਵਿੱਚ ਇੱਦਾਂ ਦੀ ਜ਼ਿੰਦਗੀ ਜਿਉਣ ਵਾਲੇ ਜਿਹੜੇ ਭਗਤ ਨੇ ਨਾ, ਜਿਹੜੇ ਸਵਾਸ ਸਵਾਸ ਬੰਦਗੀ ਕਰਦੇ ਨੇ, ਜਿਨ੍ਹਾਂ ਨੂੰ ਗੁਰਮੁਖ ਰੋਮ ਰੋਮ ਹਰ ਧਿਆਵੇ ਵਾਲੀ ਅਵਸਥਾ ਮਿਲਦੀ ਹੈ, ਕਿ ਜਿਨ੍ਹਾਂ ਨੂੰ ਕੰਧਾਂ ਦੇ ਵਿੱਚੋਂ, ਪੱਥਰਾਂ ਦੇ ਵਿੱਚੋਂ, ਖੂਹਾਂ ਦੀਆਂ ਹਰਟਾਂ ਦੇ ਵਿੱਚੋਂ ਵੀ, ਪੱਖਿਆਂ ਦੀ ਫਰਾਂ ਦੀ ਆਵਾਜ਼ ਵਿੱਚੋਂ ਵੀ ਵਾਹਿਗੁਰੂ ਸ਼ਬਦ ਸੁਣਦਾ ਹੈ। ਸਤਿਗੁਰੂ ਕਹਿੰਦੇ ਇੱਦਾਂ ਦੇ ਜਿਹੜੇ ਭਗਤ ਨੇ, ਜੇ ਕਿਤੇ ਉਹਨਾਂ ਦੀ ਸੰਗਤ ਮਿਲ ਜਾਏ, ਪਾਪ ਗਵਾਵਣਾ, ਫਿਰ ਮਨੁੱਖ ਦੇ ਸਾਰੇ ਕੀਤੇ ਹੋਏ ਪਾਪ ਨਾਸ਼ ਹੋ ਜਾਂਦੇ ਨੇ। ਇੱਦਾਂ ਦੇ ਭਗਤ ਗਾਹੇ ਬਗਾਹੇ ਕਿਤੇ ਗੁਰੂ ਕੀ ਸੰਗਤ ਵਿੱਚ ਮਿਲਦੇ ਨੇ। ਸਾਧ ਸੰਗਤ ਕੋਈ ਨਾ ਕੋਈ ਜੀਵ ਐਸਾ ਬੰਦਗੀ ਵਾਲਾ ਮਿਲ ਜਾਂਦਾ ਹੈ, ਜਿਹਦੇ ਕੋਲ ਬਹਿ ਕੇ ਸੱਚ ਕਰਕੇ ਜਾਣਿਓ ਕਈ ਜਨਮਾਂ ਦੇ ਪਾਪਾਂ ਦੀ ਮੈਲ ਧੁੱਪ ਜਾਂਦੀ ਹੈ। ਗੁਰੂ ਜੀ ਕਹਿੰਦੇ ਭਗਤ ਜਨਾ ਕੈ ਸੰਗ, ਪਾਪ ਗਵਾਵਣਾ, ਜਨ ਨਾਨਕ ਸਦ ਬਲਿਹਾਰੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਦਾਸ ਨਾਨਕ ਐਸੇ ਭਗਤਾਂ ਤੋਂ ਸਦਾ ਹੀ ਕੁਰਬਾਨ, ਸਦਾ ਹੀ ਸਦਕੇ ਜਾਂਦਾ ਹੈ। ਬਲ ਬਲ ਜਾਮਣਾ, ਤੇ ਗੁਰੂ ਜੀ ਕਹਿੰਦੇ ਵਾਰ ਵਾਰ ਉਹਨਾਂ ਤੋਂ ਕੁਰਬਾਨ ਸਦਕੇ ਹੋਣ ਨੂੰ ਮਨ ਕਰਦਾ ਜਿਹੜੇ ਤੇਰਾ ਨਾਮ ਜਪਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵਚਨ ਹੈ, ਸਤਿਗੁਰੂ ਜੀ ਕਹਿੰਦੇ ਹਉ ਬਲਿਹਾਰੈ ਜਾਉ ਤਿੰਨਾ ਕੈ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿੰਨਾ ਕੈ, ਹਉ ਸਦ ਕੁਰਬਾਨੈ ਜਾਉ। ਜਿਹੜੇ ਤੇਰਾ ਨਾਮ ਜਪਦੇ ਨੇ ਮੈਂ ਸਦਾ ਹੀ ਉਹਨਾਂ ਤੋਂ ਕੁਰਬਾਨ ਜਾਨਾ, ਉਹਨਾਂ ਤੋਂ ਬਲਿਹਾਰ ਜਾਨਾ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਪਾਵਨ ਗੁਰਬਾਣੀ ਦੇ ਵਿੱਚ ਸਾਨੂੰ ਇੱਕ ਪਰਮਾਤਮਾ ਦੇ ਚਰਨਾਂ ਨਾਲ ਜੁੜਨ ਦਾ ਉਪਦੇਸ਼ ਦਿੱਤਾ। ਦਾਤਾ ਕੇਵਲ ਅਕਾਲ ਪੁਰਖ ਵਾਹਿਗੁਰੂ ਹੈ। ਪਰਮਾਤਮਾ ਦੇ ਚਰਨਾਂ 'ਤੇ ਭਰੋਸਾ ਰੱਖਣਾ ਚਾਹੀਦਾ। ਜੇ ਸਾਡੇ ਮਨ ਦੀ ਕੋਈ ਇੱਛਾ ਪੂਰੀ ਨਹੀਂ ਹੋਈ ਤੇ ਮਾਫ ਕਰਿਓ, ਇਹਦੇ ਵਿੱਚ ਗੁਰੂ ਦਾ ਪਰਮਾਤਮਾ ਦਾ ਦੋਸ਼ ਨਹੀਂ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਦੱਦੈ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾਂ ਆਪਣਿਆਂ। ਇਹ ਕੋਈ ਸਾਡੇ ਆਪਣੇ ਕਰਮਾਂ ਦਾ ਕੋਈ ਲੇਖਾ ਜੋਖਾ ਹੈ। ਜੇ ਕੋਈ ਦਾਤ ਸਾਨੂੰ ਨਹੀਂ ਮਿਲਦੀ, ਉਹਦੇ ਵਿੱਚ ਗੁਰੂ ਪਰਮਾਤਮਾ ਜਾਂ ਕੋਈ ਦੋਸ਼ੀ ਨਹੀਂ ਹੈ। ਸਤਿਗੁਰੂ ਕਹਿੰਦੇ ਸਾਡੇ ਆਪਣੇ ਕਰਮਾਂ ਦਾ ਦੋਸ਼ ਹੈ। ਜੋ ਮੈਂ ਕੀਆ, ਜਿੱਦਾਂ ਦੇ ਮੈਂ ਕੋਈ ਕਰਮ ਕੀਤੇ ਨੇ, ਸੋ ਮੈਂ ਪਾਇਆ, ਉਹ ਕੁਝ ਮੈਂ ਪ੍ਰਾਪਤ ਕਰ ਲਿਆ ਹੈ। ਉਹ ਕੁਝ ਪਰਮਾਤਮਾ ਨੇ ਸਾਨੂੰ ਬਖਸ਼ ਦਿੱਤਾ ਹੈ, ਜੋ ਕੁਝ ਸਾਡੇ ਕਰਮਾਂ ਅਨੁਸਾਰ ਸਾਨੂੰ ਮਿਲਣਾ ਸੀ। ਸਤਿਗੁਰੂ ਜੀ ਕਹਿੰਦੇ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ, ਕਿਸੇ ਨੂੰ ਦੋਸ਼ ਨਾ ਦੇ। ਸਤਿਗੁਰੂ ਕਹਿੰਦੇ ਜੋ ਤੇਰੇ ਕਰਮਾਂ ਵਿੱਚ ਸੀ ਉਹ ਪਰਮਾਤਮਾ ਨੇ ਤੇਰੀ ਝੋਲੀ ਵਿੱਚ ਪਾ ਦਿੱਤਾ ਹੈ। ਜੋ ਤੇਰੇ ਕਰਮਾਂ ਵਿੱਚ ਹੈ ਉਹ ਪਰਮਾਤਮਾ ਨੇ ਤੈਨੂੰ ਜ਼ਰੂਰ ਦੇਣਾ ਹੈ। ਤੇ ਇਹਦੇ 'ਚ ਇੱਕ ਬੇਨਤੀ ਹੋਰ ਕਰਦੇ ਹਾਂ ਸਾਧ ਸੰਗਤ, ਜਦੋਂ ਹੁਣ ਇਹ ਬਚਨ ਸਤਿਗੁਰੂ ਜੀ ਨੇ ਕਿਹਾ ਹੈ ਨਾ ਕਿ ਜੋ ਮੈਂ ਕੀਆ ਸੋ ਮੈਂ ਪਾਇਆ, ਕਿ ਜਿੱਦਾਂ ਦੇ ਮੈਂ ਕਰਮ ਕੀਤੇ ਉੱਦਾਂ ਦਾ ਫਲ ਮਿਲਣਾ ਹੈ, ਤੇ ਫਿਰ ਪੀਰਾਂ ਦੀਆਂ ਮੜੀਆਂ ਤੇ ਕਬਰਾਂ ਤੇ ਦੇਵੀ ਦੇਵਤਿਆਂ ਤੇ ਪਖੰਡੀ ਸਾਧਾਂ ਦੇ ਧਾਗੇ ਤਵੀਤਾਂ ਵਾਲੇ ਸਿਆਣਿਆਂ ਮਲਾਣਿਆਂ ਦੇ ਅੱਗੇ ਜਾ ਕੇ ਮੱਥੇ ਟੇਕਣ ਨਾਲ ਕੁਝ ਨਹੀਂ ਜੇ ਮਿਲਣਾ। ਕਿਉਂ? ਜੋ ਮੈਂ ਕੀਆ ਸੋ ਮੈਂ ਪਾਇਆ। ਜੋ ਮੈਂ ਕਰਮ ਕੀਤੇ ਨੇ ਉਹ ਕੁਝ ਮਿਲਣਾ, ਚਾਹੇ ਅੱਜ ਮਿਲ ਜੇ ਚਾਹੇ ਕੱਲ੍ਹ ਮਿਲ ਜੇ। ਤੇ ਜੇ ਨਹੀਂ ਮਿਲਣਾ ਤੇ ਭਾਵੇਂ ਸਾਰੇ ਦਰਾਂ ਤੇ ਮੱਥੇ ਰਗੜਦੇ ਫਿਰ ਉਹ ਕਿਤਿਓਂ ਵੀ ਨਹੀਂ ਮਿਲਣਾ। ਹਾਂ, ਇੱਕ ਬੇਨਤੀ ਹੋਰ, ਭਾਈ ਗੁਰਦਾਸ ਜੀ ਨੇ ਇੱਕ ਵਚਨ ਆਖਿਆ ਹੈ ਕਿ ਜੇ ਕੋਈ ਚੀਜ਼ ਕਰਮਾਂ ਵਿੱਚ ਨਹੀਂ ਹੈ ਨਾ, ਜੇ ਤੈਨੂੰ ਇੰਜ ਲੱਗਦਾ ਕਿ ਸ਼ਾਇਦ ਇਹ ਕੁਝ ਮੇਰੇ ਕਰਮਾਂ ਵਿੱਚ ਹੀ ਨਹੀਂ, ਤੇ ਭਾਈ ਗੁਰਦਾਸ ਜੀ ਕਹਿੰਦੇ ਫਿਰ ਗੁਰੂ ਕੀ ਸੰਗਤ ਵਿੱਚ ਆਉਣਾ ਸ਼ੁਰੂ ਕਰ ਦੇ। ਕਿਉਂ? ਗੁਰੂ ਕੀ ਸੰਗਤ ਮੱਥੇ ਦੀਆਂ ਲਕੀਰਾਂ ਜਿਹੜੀਆਂ ਉਹ ਬਦਲਣ ਦੀ ਸਮਰੱਥਾ ਰੱਖਦੀ ਹੈ। ਜਦੋਂ ਆ ਕੇ ਗੁਰੂ ਦੇ ਚਰਨਾਂ 'ਤੇ ਮੱਥਾ ਟੇਕਾਂਗੇ ਤੇ ਮੱਥੇ ਦੇ ਪੁੱਠੇ ਲੇਖ ਵੀ ਸਿੱਧੇ ਹੋ ਜਾਂਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਨੇ ਕਰਨ ਕਾਰਨ ਸਮਰੱਥ ਹੈ, ਸਾਧ ਸੰਗਤ ਦਾ ਕਰੇ ਕਰਾਇਆ, ਕਿ ਪਰਮਾਤਮਾ ਤੇ ਗੁਰੂ ਸਾਰਾ ਕੁਝ ਕਰਨ ਦੇ ਸਮਰੱਥ ਹੈ। ਪਰ ਜੇ ਕੋਈ ਦਾਤ ਝੋਲੀ ਵਿੱਚ ਨਹੀਂ ਪਈ, ਫਿਰ ਸੰਗਤ ਵਿੱਚ ਆ, ਸਾਧ ਸੰਗਤ ਦਾ ਕਰੇ ਕਰਾਇਆ। ਜੋ ਸੰਗਤ